सत श्री अकाल जी, गुड मॉर्निंग संगत देख रहे सारे दर्शकों का बहुत बहुत स्वागत है। मैं हाँ रूही ग्रोवर ते अज दिन है वीरवार 30 जनवरी 2021 ते देसी पो महीने की मिति है 16 ਤੇ ਪ੍ਰੋਗਰਾਮ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਜਿਹੜੇ ਸਾਡੇ ਦਰਸ਼ਕ ਪ੍ਰੋਗਰਾਮ ਵਿੱਚ ਸਾਡੇ ਨਾਲ ਇੱਥੇ ਲਾਈਵ ਜੁੜਨਾ ਚਾਹੁੰਦੇ ਨੇ, ਆਪਣੇ ਕੋਈ ਸਵਾਲ ਪੁੱਛਣਾ ਚਾਹੁੰਦੇ ਨੇ ਜਾਂ ਫਿਰ ਆਪਣੇ ਕੋਈ ਵਿਚਾਰ ਸਾਡੇ ਨਾਲ ਸਾਂਝੇ ਕਰਨਾ ਚਾਹੁੰਦੇ ਨੇ, ਆਪਣੇ ਐਕਸਪੀਰੀਅੰਸ ਸਾਡੇ ਨਾਲ ਸ਼ੇਅਰ ਕਰਨਾ ਚਾਹੁੰਦੇ ਨੇ ਤਾਂ ਥੱਲੇ ਸਕਰੀਨ ਤੇ ਦਿੱਤੇ ਨੰਬਰ 'ਤੇ ਸਾਨੂੰ ਕੰਟੈਕਟ ਕਰ ਸਕਦੇ ਨੇ। ਅਗਲੇ 50 ਮਿੰਟ ਤੱਕ ਅਸੀਂ ਤੁਹਾਡੇ ਨਾਲ ਇੱਥੇ ਲਾਈਵ ਜੁੜੇ ਹੋਏ ਹਾਂ ਤੇ ਅੱਜ ਦੇ ਤੁਹਾਨੂੰ ਜਿਹੜੇ ਮੁੱਖ ਮੁੱਦੇ ਨੇ ਉਹ ਦੱਸ ਦਿੰਦੇ ਹਾਂ। ਪਹਿਲੇ ਤਾਂ ਇਹ ਕਿ ਬਿਕਰਮ ਸਿੰਘ ਮਜੀਠੀਆ ਦੀ ਜੋ ਅਗਾਊਂ ਜ਼ਮਾਨਤ ਹੈ ਉਸ ਤੇ ਸੁਣਵਾਈ 5 जनवरी ਨੂੰ ਹੋਏਗੀ। ਇੱਕ ਆਮ ਮੁੱਦਾ ਸੀ ਇਸ ਮੁੱਦੇ ਤੇ ਚਰਚਾ ਕਰਾਂਗੇ ਕਿ ਪੰਜਾਬ ਕਾਂਗਰਸ ਦੀ ਕੱਲ ਮੀਟਿੰਗ ਹੋਈ ਸੀ ਦਿੱਲੀ ਦੇ ਵਿੱਚ ਤੇ 50 ਮੈਂਬਰਾਂ ਦਾ ਫੈਸਲਾ ਕਰ ਲਿਆ ਗਿਆ ਪਰ ਹਜੇ ਤੱਕ ਇਹ ਨਹੀਂ ਪਤਾ ਕਿ ਸੀਐਮ ਦਾ ਚਿਹਰਾ ਕੌਣ ਹੋਏਗਾ ਤੇ ਉਹ ਸ਼ਾਇਦ ਚੋਣਾਂ ਤੋਂ ਬਾਅਦ ਹੀ ਪਤਾ ਲੱਗੇਗਾ। ਇੱਕ ਇਹ ਮੁੱਦਾ ਹੋਏਗਾ ਕਿ ਪੰਜਾਬ ਸਰਕਾਰ ਨੇ ਸਟੂਡੈਂਟਸ ਨੂੰ ਮੁਗਲ ਬੱਸ ਪਾਸ ਦੇਣ ਦਾ ਐਲਾਨ ਕੀਤਾ ਹੈ ਤੇ ਇੱਕ 400 ਕਰੋੜ ਦੀ ਰਾਸ਼ੀ ਨਾਲ ਪੰਜਾਬ ਵਿੱਚ ਬੱਸਾਂ ਖਰੀਦੀਆਂ ਜਾਣਗੀਆਂ। ਤੇ ਜਿਹੜਾ ਸਭ ਤੋਂ ਪਹਿਲਾ ਮੁੱਦਾ ਹੈ ਉਹ ਇਹ ਹੈ ਕਿ ਬਿਕਰਮ ਸਿੰਘ ਮਜੀਠੀਆ ਦੀ ਅਗਾਊਂ ਜ਼ਮਾਨਤ ਦੀ ਸੁਣਵਾਈ 5 ਜਨਵਰੀ ਨੂੰ ਹੋਏਗੀ ਤੇ ਇਸ ਮੁੱਦਿਆਂ ਤੇ ਇਹਨਾਂ ਮੁੱਦਿਆਂ ਤੇ ਸਾਡੇ ਨਾਲ ਚਰਚਾ ਕਰਨਗੇ ਸਾਡੇ ਸੀਨੀਅਰ ਪੱਤਰਕਾਰ ਖੁਸ਼ਹਾਲ ਸਿੰਘ ਜੀ। ਖੁਸ਼ਹਾਲ ਸਿੰਘ ਜੀ, ਤੁਹਾਡਾ ਪ੍ਰੋਗਰਾਮ ਵਿੱਚ ਸਵਾਗਤ ਹੈ। ਤੁਸੀਂ ਕੀ ਕਹਿਣਾ ਚਾਹੋਗੇ ਸਾਡੇ ਪਹਿਲੇ ਮੁੱਦੇ ਤੇ? हाँ जी, अज जिस तरह सीगा मजीठिया बिक्रम जी मजीठिया ਦੀ ਅੱਜ ਅਗਾਊਂ ਜ਼ਮਾਨਤ ਦਾ ਫੈਸਲਾ ਹੋਣਾ ਸੀ, ਕੋਰਟ ਸੁਣਵਾਈ ਸੀ ਜੀ। ਇੱਕ ਪਾਸਿਓਂ ਜਿਹੜੇ ਹੈ ਪੰਜਾਬ ਸਰਕਾਰ ਵੱਲੋਂ ਸੀਨੀਅਰ ਜਿਹੜੇ ਵਕੀਲ ਨੇ ਕਪਲ ਸਿੱਬਲ ਉਹਨਾਂ ਨੇ ਪੇਸ਼ ਹੋਣਾ ਸੀ, ਸ਼ਾਇਦ ਬਹਿਸ 'ਚ ਸ਼ਾਮਲ ਹੋਇਆ ਤੇ ਦੂਸਰੇ ਪਾਸੋਂ ਸੋਬਤੀ ਸੀਗਾ ਬਚਾਅ ਪੱਖ ਦਾ ਵਕੀਲ ਹੈ। ਦੋਨਾਂ ਧਿਰਾਂ ਦੇ ਉੱਤੋਂ ਆਪੋ ਆਪਣੇ ਹੱਕ ਦੇ ਵਿੱਚ ਜਿਹੜੀ ਹੈ ਉਹ ਸੁਣਵਾਈ ਦੌਰਾਨ ਜਿਹੜੀ ਹੈ ਬਹਿਸ ਕੀਤੀ ਗਈ ਤੇ ਉਹ ਅਗਲੀ ਜਿਹੜੀ ਡੇਟ ਹੈ ਸੁਣ ਤੋਂ ਬਾਅਦ 5 ਜਨਵਰੀ ਪੈ ਗਈ ਹੈ। ਇਹਦੇ ਵਿੱਚ ਰੂਹੀ ਜੀ ਸਭ ਤੋਂ ਪਹਿਲੀ ਗੱਲ ਤਾਂ ਇਹ ਹੈ ਕਿ ਇੱਕ ਜੋ ਉਮੀਦ ਸੀਗੀ ਅਕਾਲੀ ਦਲ ਨੂੰ ਜਾਂ ਮਜੀਠੀਏ ਨੂੰ ਕਿ ਸਾਨੂੰ ਵਰਕਰਾਂ ਵੱਲੋਂ ਜਾਂ ਪੰਜਾਬ 'ਚੋਂ ਹਮਦਰਦੀ ਹੈ ਜਿਹੜੀ ਉਹ ਮਿਲੇਗੀ, ਉਹ ਜੇ ਤਾਂ ਸ਼ਾਇਦ ਪੇਸ਼ ਹੋ ਜਾਂਦੇ ਫਿਰ ਤਾਂ ਸ਼ਾਇਦ ਉਹਨਾਂ ਦੇ ਨਾਲ ਕੋਈ ਹਮਦਰਦੀ ਦਾ ਕੋਈ ਹੁੰਦਾ, ਲੇਕਿਨ ਇਹਦੇ ਨਾਲ ਉਸ ਤਰ੍ਹਾਂ ਦਾ ਕੋਈ ਰਿਸਪੌਂਸ ਪਬਲਿਕ ਦੇ ਵਿੱਚੋਂ ਆਇਆ ਨਹੀਂਗਾ। ਦੂਜਾ ਗੱਲ ਹੈ ਕਿ ਇਹਦਾ ਮੋਰਲ ਗਰਾਊਂਡ ਵੀ ਬਹੁਤ ਘਟ ਗਿਆ ਕਿਉਂਕਿ ਅਕਾਲੀ ਲੀਡਰਾਂ ਦੇ ਉੱਤੇ ਬਹੁਤ ਵੱਡੇ ਵੱਡੇ ਜਿਹੜੇ ਕੇਸ ਹੁੰਦੇ ਰਹੇ ਆ, ਜੇਲ੍ਹਾਂ ਵੀ ਹੁੰਦੀਆਂ ਰਹੀਆਂ, ਪਰ ਕਿਸੇ ਅਕਾਲੀ ਦਲ ਦੇ ਵੱਡੇ ਆਗੂ ਦੇ ਉੱਤੇ ਨਸ਼ਿਆਂ ਦੇ ਜਿਹੜੇ ਆ ਮਸਲੇ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਕੇਸ ਪਹਿਲਾਂ ਕਦੀ ਇਤਿਹਾਸ 'ਚ ਨਹੀਂ ਵਾਪਰਿਆ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਜਰਨੈਲ ਹੁੰਦੇ ਸੀ ਜਾਂ ਲੀਡਰ ਸੀਗੇ ਉਹ ਪਹਿਲਾਂ ਕਿਸਾਨੀ ਨਾਲ ਸੰਬੰਧ ਰੱਖਦੇ ਸੀ, ਗਰੀਬ ਪਰਿਵਾਰਾਂ ਨਾਲ, ਮਿਡਲ ਸ਼੍ਰੇਣੀਆਂ ਨਾਲ ਸੰਬੰਧ ਰੱਖਦੇ ਸੀਗੇ ਤੇ ਉਹਨਾਂ ਦਾ ਲਾਈਫ ਸਟਾਈਲ ਜਿਹੜਾ ਸੀ ਬਹੁਤ ਸਾਦਾ ਹੁੰਦਾ ਸੀਗਾ। ਤੇ ਇਹ ਜਦੋਂ ਦਾ ਪਿਛ ਕਈ ਦਹਾਕਿਆਂ ਦੇ ਉੱਤੋਂ ਪੈਸੇ ਬਣਾਉਣ ਦੀ ਜਿਹੜੀ ਪ੍ਰਵਿਰਤੀ ਆ ਸਿਆਸਤ ਵਿੱਚ ਆ ਗਈ ਆ, ਜਿਹੀ ਕਈ ਸਿਆਸੀ ਲੋਕ ਜਿਹੜੇ ਆ ਉਹ ਪਹਿਲਾਂ ਜਦੋਂ ਸੇਵਾ ਲਈ ਆਉਂਦੇ, ਜਦੋਂ ਅਕਾਲੀ ਦਲ ਦਾ ਜਨਮ ਹੋਇਆ ਜਾਂ ਅਕਾਲੀ ਦਲ ਪੈਦਾ ਹੋਇਆ ਤਾਂ ਉਹ ਇੱਕ ਸੇਵਾ ਦੇ ਤੌਰ ਤੇ, ਪੰਥ ਦੀ ਸੇਵਾ ਦੇ ਤੌਰ ਤੇ ਆਇਆ ਸੀ, ਲੇਕਿਨ ਪਤਾ ਹੀ ਨਹੀਂ ਲੱਗਿਆ ਪਿਛਲੇ 3-4 ਦਹਾਕਿਆਂ ਦੇ ਵਿੱਚ ਅਕਾਲੀ ਦਲ ਕਦੋਂ ਜਿਹੜਾ ਆ ਉਹ ਸੇਵਾਦਾਰ ਤੋਂ ਵਪਾਰੀ ਬਣ ਗਿਆ। ਵੱਡੇ ਵੱਡੇ ਜਿਹੜੇ ਅਕਾਲੀ ਦਲ ਦੇ ਲੀਡਰ ਹੈ, ਭਾਵੇਂ ਉਹ ਪ੍ਰਕਾਸ਼ ਸਿੰਘ ਬਾਦਲ ਹੋਣ, ਅਸੀਂ ਦੇਖਿਆ ਕਿ ਜਿਹੜੇ ਵਪਾਰ ਦੇ ਵਿੱਚ ਉਹਨਾਂ ਦਾ ਬਹੁਤ ਕੁਝ ਚੱਲਦਾ ਆ, ਉਹ ਟਰਾਂਸਪੋਰਟ ਤੋਂ ਲੈ ਕੇ ਤੇ ਹੀਰੇ ਜਵਾਹਰਾਂ ਦੇ ਜਿਹੜੇ ਵਪਾਰ ਆ ਉਹਦੇ ਨਾਲ ਜਿਹੜਾ ਹੈ ਪਰਿਵਾਰਾਂ ਦਾ ਜਿਹੜਾ ਜੁੜ ਚੁੱਕਿਆ ਨਾਤਾ। ਤੇ ਹੁਣ ਜਦੋਂ ਕੋਈ ਵਪਾਰੀ ਹੋ ਜਾਏ ਉਹ ਫਿਰ ਉਹਦੇ 'ਚ ਲੜਨ ਦੀ ਸਮਰੱਥਾ ਨਹੀਂ ਰਹਿੰਦੀ ਰੂਹੀ ਜੀ। ਸੰਘਰਸ਼ ਉਹ ਲੋਕ ਕਰਦੇ ਆ ਜਿਨ੍ਹਾਂ ਦਾ ਕੋਲ ਜਾਂ ਤਾਂ ਮੋਰਲ ਆਧਾਰ ਬਹੁਤ ਤਕੜਾ ਹੁੰਦਾ ਆ ਜਾਂ ਫਿਰ ਜਿਹੜੇ ਉਸ ਸ਼੍ਰੇਣੀ ਨਾਲ ਸੰਬੰਧ ਰੱਖਦੇ ਆ। ਤੇ ਅਮੀਰ ਆਦਮੀ, ਇਤਿਹਾਸ ਵੀ ਦੱਸਦਾ ਕਿ ਅਮੀਰ ਆਦਮੀ ਸੰਘਰਸ਼ ਲੜ ਨਹੀਂ ਸਕਦੇ ਹੁੰਦੇ ਕਿਉਂਕਿ ਉਹਨਾਂ ਦਾ ਜਿਹੜਾ ਜੀਵਨ ਜਾਂਚ ਹੈ ਸਾਰਾ ਕੁਝ ਇਸ ਤਰ੍ਹਾਂ ਦਾ ਹੋ ਜਾਂਦਾ ਆ ਕਿ ਉਹ ਲੋਕਾਂ ਦੇ ਨਾਲ ਖੜਨਾ ਉਹ ਪੋਸੀਬਲ ਨਹੀਂ ਹੁੰਦਾ। ਤੇ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਦਾ ਜਿਹੜਾ ਆ ਹੁਣ ਉਹ ਅਸੀਂ ਕਹੀਏ ਉਹਦੇ ਵਿੱਚ ਡਿਕਲਾਈਨ ਵੀ ਆ ਗਈ ਆ, ਪਤਨ ਵੀ ਅਸੀਂ ਕਹੀਏ ਕਿ ਉਹ ਸ਼੍ਰੋਮਣੀ ਅਕਾਲੀ ਦਲ ਜਿਹੜਾ ਇੱਕ ਸਿੱਖਾਂ ਦੀ ਨੁਮਾਇੰਦੇ ਪਾਰਟੀ ਸੀ, ਪੰਥ ਦੀ ਨੁਮਾਇੰਦਾ ਪਾਰਟੀ ਸੀ, ਉਹ ਕਦੋਂ ਇੱਕ ਪਰਿਵਾਰ ਦੀ ਪਾਰਟੀ ਬਣ ਗਈ ਪਤਾ ਨਹੀਂ ਲੱਗਿਆ। ਹੁਣ ਵੀ ਜਿਹੜਾ ਅਕਾਲੀ ਦਲ ਸੰਘਰਸ਼ ਕਰ ਰਿਹਾ ਆ ਉਹ ਅਸਲ 'ਚ ਕੋਈ ਲੋਕਾਂ ਦੇ ਮੁੱਦਿਆਂ 'ਤੇ ਸੰਘਰਸ਼ ਨਹੀਂ ਕਰ ਰਿਹਾ, ਉਹ ਇੱਕ ਪਰਿਵਾਰ ਦੀ, ਇੱਕ ਆਪਣੇ ਰਿਸ਼ਤੇਦਾਰਾਂ ਦੀ ਰੱਖਿਆ ਵਾਸਤੇ ਸਾਰੇ ਪੰਜਾਬੀਆਂ ਨੂੰ ਜਿਹੜਾ ਉਹ ਝੋਕ ਰਿਹਾ ਆ। ਤੇ ਹੁਣ ਇਸੇ ਤਰੀਕੇ ਨਾਲ ਫਿਰ ਉਹ ਜਿਹੜਾ ਸ਼੍ਰੋਮਣੀ ਅਕਾਲੀ ਦਲ ਕਦੀ ਧਰਮ ਯੁੱਧ ਮੋਰਚਾ ਲੜਦਾ ਸੀ, ਕਦੀ ਪੰਜਾਬੀ ਸੂਬੇ ਦਾ ਮੋਰਚਾ ਲੜਦਾ ਸੀ, ਕਦੀ ਚਾਬੀਆਂ ਦਾ ਮੋਰਚਾ ਲੜਿਆ, ਗੁਰਦੁਆਰਾ ਸੁਧਾਰ ਲਹਿਰ ਦੇ ਵਿੱਚ ਬਹੁਤ ਵੱਡੀਆਂ ਕੁਰਬਾਨੀਆਂ ਕੀਤੀਆਂ ਤੇ ਉਹਨਾਂ ਕੁਰਬਾਨੀਆਂ ਦੀ ਦਹਾਈ ਦੇ ਕੇ ਹੁਣ ਵੀ ਪਿਛਲੇ ਦਿਨਾਂ 'ਚ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਇਹ ਨਾਅਰਾ ਲਾਇਆ ਕਿ ਪੰਜਾਬ ਜਿਹੜਾ ਹੁਣ ਪੰਥ ਖਤਰੇ 'ਚ ਹੈ
ਤੇ ਉਹ ਪੰਥ ਨਹੀਂ ਖਤਰੇ 'ਚ ਉਹਨਾਂ ਦਾ ਪਰਿਵਾਰ ਹੈ। ਤੇ ਉਹ ਪਰਿਵਾਰ ਵਾਸਤੇ ਹੁਣ ਨਹੀਂ ਲੱਗਦਾ ਕਿ ਲੋਕ ਜਿਹੜੇ ਕੁਰਬਾਨੀਆਂ ਦੇਣ ਲਈ ਜਾਂ ਸ਼ਹੀਦੀਆਂ ਵੀ ਦਿੰਦੇ ਸੀ, ਜੇਲ੍ਹਾਂ 'ਚ ਵੀ ਜਾਂਦੇ ਸੀਗੇ, ਪਰੰਤੂ ਉਦੋਂ ਤੁਹਾਨੂੰ ਧਿਆਨ ਰੱਖਣਾ ਚਾਹੀਦਾ, ਉਦੋਂ ਜਿਹੜੇ ਅਕਾਲੀ ਦਲ ਦੇ ਵਰਕਰ ਹੁੰਦੇ ਸੀ ਉਹਨਾਂ ਨੇ ਆਪਣੇ ਝੋਲਿਆਂ ਦੇ ਵਿੱਚ ਕਛਹਿਰੇ ਪਰਨੇ ਪਾਏ ਹੁੰਦੇ ਸੀ ਤੇ ਉਹ ਹਮੇਸ਼ਾ ਤਿਆਰ ਰਹਿੰਦੇ ਸੀ। ਜਦੋਂ ਵੀ ਪੁਲਿਸ ਉਹਨਾਂ ਨੂੰ ਸੱਦਦੀ ਸੀ ਤਾਂ ਉਹ ਜੇਲ੍ਹਾਂ 'ਚ ਜਾਣ ਲਈ ਤਿਆਰ ਹੁੰਦੇ ਸੀ। ਹੁਣ ਜਿਹੜਾ ਅਕਾਲੀ ਦਲ ਦੇ ਵਿੱਚ ਅਲੀਟ ਵਰਗ ਆ ਚੁੱਕਿਆ ਆ, ਇਹ ਜਿਹੜੇ ਉਹਨਾਂ ਦੀ ਜਿਹੜਾ ਜੀਵਨ ਆ ਐਸ਼ਪ੍ਰਸਤੀ ਵਾਲਾ ਜੀਵਨ ਹੈ, ਨਸ਼ਿਆਂ ਵਗੈਰਾ ਦੇ ਵਿੱਚ ਵੀ ਬਹੁਤ ਸਾਰੇ ਆਦੀ ਨੇ ਤੇ ਹੁਣ ਉਹਨਾਂ ਦੇ ਵੱਸ ਦਾ ਰੋਗ ਨਹੀਂ ਰਿਹਾ ਕਿ ਉਹ ਜੇਲ੍ਹਾਂ ਦੇ ਵਿੱਚ ਜਾ ਕੇ ਕੋਈ ਕੁਰਬਾਨੀਆਂ ਕਰ ਸਕਣ ਲੋਕਾਂ ਦੇ ਵਾਸਤੇ। ਇਸੇ ਕਰਕੇ ਅਸੀਂ ਦੇਖਦੇ ਹਾਂ ਰੋਹਿਤ ਜੀ, ਪੰਜਾਬ ਦੇ ਵਿੱਚ ਕੋਈ ਟ੍ਰੇਡ ਯੂਨੀਅਨ, ਕੋਈ ਵੱਡੀ ਯੂਨੀਅਨ ਤਾਂ ਹੀ ਉਹਦੇ ਪੈਰ ਨਹੀਂ ਸੀ ਲੱਗਦੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਸਾਰਿਆਂ ਦੀ ਲੜਾਈ ਲੜਦਾ ਸੀਗਾ। ਉਹ ਕਿਸਾਨਾਂ ਦੀ ਲੜਾਈ ਵੀ ਲੜਦਾ ਸੀ, ਮਜ਼ਦੂਰਾਂ ਦੀ ਲੜਾਈ ਵੀ ਲੜਦਾ ਸੀ, ਹੋਰ ਕਾਰੋਬਾਰੀਆਂ ਦੀ ਵੀ ਲੜਾਈ ਇੱਕ ਆਪਣਾ ਧਰਮ ਸਮਝ ਕੇ ਲੜਦਾ ਸੀ। ਤੇ ਹੁਣ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਕਿਸਾਨ ਯੂਨੀਅਨ ਸਟਰੋਂਗ ਹੋਈਆਂ ਨੇ, ਹੋਰ ਮਜ਼ਦੂਰਾਂ ਦੀਆਂ ਜਥੇਬੰਦੀਆਂ ਸਟਰੋਂਗ ਹੋਈਆਂ ਨੇ, ਟੀਚਰਾਂ ਦੀਆਂ ਹੋਈਆਂ ਨੇ, ਹੋਰ ਸਾਰੀਆਂ ਹੋਈਆਂ ਨੇ ਕਰਮਚਾਰੀਆਂ ਦੀਆਂ, ਉਹ ਤਾਂ ਹੀ ਹੋਈਆਂ ਕਿ ਅਕਾਲੀ ਦਲ ਨੇ ਜਾਂ ਸਿਆਸੀ ਪਾਰਟੀਆਂ ਨੇ ਆਮ ਲੋਕਾਂ ਦੀ ਲੜਾਈ ਜਿਹੜੀ ਆ ਲੜਨੀ ਛੱਡ ਦਿੱਤੀ ਹੈ। ਇਸ ਕਰਕੇ ਹੁਣ ਜਿਹੜਾ ਆ ਉਹ ਜਦੋਂ ਆਮ ਲੋਕਾਂ ਦੀ ਲੜਾਈ ਛੱਡ ਦਿੱਤੀ ਹੋਵੇ ਤੇ ਉਹਨਾਂ ਦੇ ਲੀਡਰਾਂ ਤੇ ਕੋਈ ਵਿਪਤਾ ਪੈਂਦੀ ਹੈ ਜਿਹੜੀ ਕਿ ਉਹ ਲੋਕਾਂ ਵਾਸਤੇ ਵਿਪਤਾ ਨਹੀਂ ਛੇੜੀ ਗਈ, ਉਹ ਇੱਕ ਆਪਣੇ ਕਾਰੋਬਾਰ ਜਾਂ ਆਪਣੇ ਫਾਇਦੇ ਲਈ ਜੋ ਵੀ ਕੁਝ ਕੀਤਾ ਆ ਉਹ ਫੈਸਲਾ ਕਰਨਾ ਹੈ, ਕੋਰਟ ਨੇ ਦੱਸਣਾ ਆ ਕਿ ਉਹ ਕਿੰਨਾ ਕੋਈ ਦੋਸ਼ ਹੈ, ਬਣਦਾ ਹੈ ਕਿ ਨਹੀਂ ਬਣਦਾ, ਇਹ ਮਸਲਾ ਦੂਸਰਾ ਆ। ਪਰ ਫਿਲਹਾਲ ਜਿਹੜਾ ਇੱਕ ਉਮੀਦ ਸੀ ਅਕਾਲੀ ਦਲ ਦੇ ਵਰਕਰਾਂ ਤੋਂ ਕਿ ਉਹ ਇਹਦੇ ਵਾਸਤੇ ਕੋਈ ਵੱਡੀ ਐਜੀਟੇਸ਼ਨ ਲੜਨਗੇ ਜਾਂ ਅੱਗੇ ਸਾਹਮਣੇ ਆਉਣਗੇ, ਉਹ ਨਹੀਂ ਆ ਰਿਹਾ। ਉਹ ਹੁਣ ਬਹੁਤ ਜਿਹੜਾ ਹੈ ਉਹ ਘਟ ਗਿਆ ਹੈਗਾ। ਪਰ ਜੋ ਸ਼੍ਰੋਮਣੀ ਅਕਾਲੀ ਦਲ ਹੈ ਉਹ ਤਾਂ ਹੁਣੇ ਵੀ ਇਹੀ ਕਹਿ ਰਹੇ ਨੇ ਕਿ ਜੋ ਚਰਨਜੀਤ ਸਿੰਘ ਚੰਨੀ ਹੈ ਤੇ ਨਵਜੋਤ ਸਿੰਘ ਸਿੱਧੂ ਜਾਣਬੁੱਝ ਕੇ ਕੇਸ ਵਿੱਚ ਫਸਾ ਰਹੇ ਨੇ, ਗੱਲ ਇੱਦਾਂ ਦੀ ਕੋਈ ਵੀ ਨਹੀਂ ਹੈਗੀ। ਗੱਲ ਇੱਦਾਂ ਜੀ ਰੋਹਿਤ ਜੀ, ਇਹ ਤਾਂ ਹਮੇਸ਼ਾ ਹੀ ਇੱਕ ਧਿਰ ਨੇ ਕਹਿਣਾ ਹੁੰਦਾ ਆ, ਉਹਨਾਂ ਕੋਲ ਬਚਾਅ ਲਈ ਜਦੋਂ ਕੋਈ ਵੱਡਾ ਆਧਾਰ ਨਹੀਂ ਹੈਗਾ ਤੇ ਇਵੇਂ ਦੀਆਂ ਗੱਲਾਂ ਦੇ ਵਿੱਚ ਕੋਈ ਯਕੀਨ ਹੀ ਨਹੀਂ ਕਰਦਾ ਹੈਗਾ। ਪੋਲੀਟੀਕਲ ਬੰਦਿਆਂ ਦਾ ਤਾਂ ਵੈਸੇ ਭਰੋਸੇਯੋਗਤਾ ਹੀ ਖਤਮ ਹੋ ਚੁੱਕੀ ਹੈ। ਅਸੀਂ ਦੇਖਿਆ ਹੈ ਕਿ ਹੁਣ ਵੀ ਦੇਖੋ ਗੱਲਾਂ ਚੱਲ ਰਹੀਆਂ ਨੇ ਕਿ ਇਹਨਾਂ ਨੂੰ ਐਫੀਡੈਵਿਟ ਦੇਣੇ ਚਾਹੀਦੇ ਆ, ਇਹਨਾਂ ਨੂੰ ਲਿਖ ਕੇ ਦੇਣਾ। ਇਹਨਾਂ ਦਾ ਕੀ, ਜਿਹੜੇ ਲੋਕ ਗੁਟਕਾ ਸਾਹਿਬ ਦੀ ਜਿਹੜੀ ਆ ਹੱਥ 'ਚ ਕਸਮ ਖਾ ਕੇ ਮੁੱਕਰ ਜਾਂਦੇ ਆ, ਉਹਨਾਂ ਤੋਂ ਕਾਹਦੀ ਉਮੀਦ ਕਰ ਸਕਦੇ ਆ। ਸ਼੍ਰੋਮਣੀ ਅਕਾਲੀ ਦਲ ਨੇ ਬੜੀਆਂ ਅਰਦਾਸਾਂ ਕੀਤੀਆਂ, ਸ਼੍ਰੋਮਣੀ ਅਕਾਲੀ ਦਲ ਨੇ ਵੀ ਜਿਹੜਾ ਆ ਉਹ ਵਾਅਦੇ ਮੁੱਕਰਨ ਦੇ ਵਿੱਚ ਕੋਈ ਕਸਰ ਨਹੀਂ, ਵੱਡੇ ਰਿਕਾਰਡ ਸਥਾਪਿਤ ਕੀਤੇ ਆ। ਜੋ ਇਹ ਗੱਲ ਕਰਕੇ ਲੋਕਾਂ ਨਾਲ ਵਾਅਦੇ ਕਰਕੇ ਪਾਵਰ 'ਚ ਆਏ ਹੈ ਤੇ ਉਦੋਂ ਪਾਵਰ 'ਚ ਤੁਸੀਂ ਦੇਖੋ ਹੁਣ ਜਿਸ ਤਰ੍ਹਾਂ ਸੁਖਬੀਰ ਸਿੰਘ ਬਾਦਲ ਨੇ ਚੰਡੀਗੜ੍ਹ ਦਾ ਮੁੱਦਾ ਉਠਾਇਆ ਜਾਂ ਪੰਜਾਬੀ ਬੋਲਦੇ ਇਲਾਕਿਆਂ ਦਾ ਮੁੱਦਾ ਉਠਾਇਆ, ਹੋਰ ਮੁੱਦੇ ਉਠਾਏ ਹੈ ਤੇ ਕਦੀ ਵੀ ਆਪਣੀ ਸਰਕਾਰ 'ਚ ਕਦੀ ਜ਼ਿਕਰ ਤੱਕ ਵੀ ਨਹੀਂ ਕੀਤਾ ਇਹਨਾਂ ਨੇ। ਆਨੰਦਪੁਰ ਸਾਹਿਬ ਦਾ ਮਤੇ ਬਾਰੇ, ਜਿਨ੍ਹਾਂ ਬਾਰੇ ਇੰਨੀਆਂ ਸ਼ਹੀਦੀਆਂ ਹੋਈਆਂ, ਇੰਨੀਆਂ ਕੁਰਬਾਨੀਆਂ ਕੀਤੀਆਂ ਅਕਾਲੀ ਦਲ ਦੇ ਵਰਕਰਾਂ ਨੇ, ਪੰਜਾਬੀਆਂ ਨੇ, ਤੇ ਉਹ ਜਿਹੜਾ ਆਨੰਦਪੁਰ ਸਾਹਿਬ ਦਾ ਮਤਾ ਆ ਉਹ ਕਦੀ ਵੀ ਜਿਹੜਾ ਆ ਅਕਾਲੀ ਦਲ ਨੇ ਆਪਣੇ 15 ਸਾਲਾਂ ਦੇ ਰਾਜਕਾਲ ਦੇ ਵਿੱਚ ਉਹਦਾ ਕਿਤੇ ਜ਼ਿਕਰ ਤੱਕ ਨਹੀਂ ਕੀਤਾ। ਉਹਦੇ ਉੱਤੇ ਕਦੀ ਕੋਈ ਮੀਟਿੰਗ ਤੱਕ ਏਜੰਡੇ ਦਾ ਵੀ ਹਿੱਸਾ ਨਹੀਂ ਰਿਹਾ। ਤੇ ਹੁਣ ਜਦੋਂ ਵਿਪਤਾ ਆਈ ਆਪਣੇ ਤੇ, ਹੁਣ ਇਹਨਾਂ ਦਾ ਬਹਾਨਾ ਲਾ ਕੇ ਸਿਆਸਤ ਵਿੱਚ ਦੁਬਾਰਾ ਜਿਹੜਾ ਆ ਉਹ ਆਪਣੇ ਪੈਰ ਲਾਉਣਾ ਚਾਹੁੰਦੇ ਆ। ਇਹ ਹੁਣ ਸਮਾਂ ਦੱਸੇਗਾ ਕਿ ਉਹ ਲੋਕ ਉਹਨੂੰ ਕਿੰਨਾ ਕੁ ਉਹਨਾਂ ਤੇ ਯਕੀਨ ਕਰਦੇ ਆ, ਕਿਉਂਕਿ ਅਸੀਂ ਜਾਣਦੇ ਆ ਯਕੀਨ ਹੁਣ ਜਿਹੜਾ ਸਿਆਸੀ ਲੋਕਾਂ ਦੇ ਉੱਤੇ ਉਹ ਕਰਨਾ ਬੜਾ ਮੁਸ਼ਕਲ ਕੰਮ ਹੋ ਗਿਆ। ਤੇ ਇਸ ਦੇ ਨਾਲ ਹੀ ਖੁਸ਼ਹਾਲ ਸਿੰਘ ਜੀ, ਜੋ ਸਾਬਕਾ ਆਈਜੀ ਕੁੰਵਰ ਵਿਜੇ ਪ੍ਰਤਾਪ, ਉਹਨੇ ਵੀ ਇਹਨਾਂ ਤੇ ਹੀ ਹਮਲਾ ਕੀਤਾ ਨਵਜੋਤ ਸਿੰਘ ਸਿੱਧੂ ਤੇ ਚੰਨੀ ਤੇ ਇਹ ਕਿਹਾ ਕਿ ਇਹਨਾਂ ਦੀ ਮੁੱਖ ਭੂਮਿਕਾ ਹੋਵੇਗੀ। ਦੇਖੋ ਜੀ, ਇਹ ਉਹਨਾਂ ਨੇ ਕਵਰ ਵਿਜੇ ਪ੍ਰਤਾਪ ਦਾ ਪੰਜਾਬ ਦੇ ਵਿੱਚ ਬੜਾ ਜ਼ਿਕਰ ਰਿਹਾ ਪਿਛਲੇ ਸਮੇਂ ਦੌਰਾਨ। ਉਹਨਾਂ ਦੀਆਂ ਉਹਨਾਂ ਡਿਊਟੀ ਲੈ ਕੇ, ਉਹਨਾਂ ਨਿਯੁਕਤੀ ਲੈ ਕੇ, ਜਦੋਂ ਉਹ ਸਿੱਟ ਦੇ ਮੁਖੀ ਸੀ ਉਦੋਂ ਵੀ, ਲੇਕਿਨ ਉਹਨਾਂ ਕਿਉਂਕਿ ਉਹ ਵੀ ਇੱਕ ਸਿਆਸੀ ਪਾਰਟੀ ਦਾ ਹਿੱਸਾ ਬਣ ਗਏ ਆ। ਜਦੋਂ ਕੋਈ ਸਿਆਸੀ ਪਾਰਟੀ ਦਾ ਹਿੱਸਾ ਬਣ ਜਾਂਦਾ ਆ ਤਾਂ ਉਹਦੀਆਂ ਕਈ ਵਾਰੀ ਜਿਹੜੀਆਂ ਗੱਲਾਂ ਸਹੀ ਵੀ ਕੀਤੀਆਂ ਹੁੰਦੀਆਂ ਨੇ, ਪਰ ਉਹਨਾਂ ਦਾ ਜਿਹੜਾ ਪ੍ਰਸੰਗ ਹੈ ਉਹ ਠੀਕ ਤੌਰ ਤੇ ਬਣਦਾ ਨਹੀਂਗਾ ਲੋਕਾਂ ਦੇ ਵਿੱਚ, ਕਿਉਂਕਿ ਜਦੋਂ ਆਮ ਆਦਮੀ ਪਾਰਟੀ ਦੇ ਲੀਡਰ ਨੇ, ਵਰਕਰ ਨੇ, ਤਾਂ ਉਹਨਾਂ ਦਾ ਤਾਂ ਇੱਕ ਜਿਹੜਾ ਆ ਤੁਹਾਨੂੰ ਪਹਿਲਾਂ ਵੀ ਅਸੀਂ ਜ਼ਿਕਰ ਕਰ ਚੁੱਕੇ ਹਾਂ ਕਿ ਇਹਨਾਂ ਲੋਕਾਂ ਦੇ ਜਦੋਂ ਕਿਸੇ ਸਿਆਸੀ ਫਰੰਟ ਤੋਂ ਬੋਲਦੇ ਆ ਉਹਦਾ ਕੋਈ ਬਹੁਤਾ ਅਸਰ ਨਹੀਂ ਲੋਕਾਂ ਦੇ ਉੱਤੇ ਹੁੰਦਾ, ਪਰ ਇੱਕ ਦੂਜੇ ਤੇ ਉਹਨਾਂ ਦੀਆਂ ਗੱਲਾਂ ਜਿਹੜੀਆਂ ਉਸ ਸਮੇਂ ਉਹਨਾਂ ਨੇ ਕੀਤੀਆਂ ਕਿਉਂਕਿ ਇਸ ਕੇਸ ਨਾਲ ਜੁੜੇ ਰਹੇ ਆ, ਉਹਨਾਂ ਦਾ ਸਬੰਧ ਹੈ। ਇਸ ਤੋਂ ਪਹਿਲਾਂ ਰੋਹਿਤ ਜੀ, ਪੰਜਾਬ ਦੇ ਵਿੱਚ ਜਿਹੜੇ ਜੇਲ੍ਹਾਂ ਦੇ ਡੀਜੀਪੀ ਸੀਗੇ ਸ਼ਸ਼ੀ ਕਾਂਤ ਜੀ, ਉਹਨਾਂ ਨੇ ਵੀ ਕਾਫੀ ਨਾਂ ਲਏ ਸੀਗੇ। ਉਹ ਤਾਂ ਕਾਫੀ ਜਦੋਂ ਅਕਾਲੀ ਸਰਕਾਰ ਸੀ ਉਦੋਂ ਵੀ ਉਹਨਾਂ ਦੇ ਕਈ ਇਸ ਤਰ੍ਹਾਂ ਦੇ ਬਿਆਨ ਆਏ
ਲੇਕਿਨ ਜਿਹੜੇ ਬਿਊਰੋਕਰੇਟ ਨੇ ਇਹ ਵੀ ਕੋਈ ਦੁੱਧ ਧੋਤੇ ਨਹੀਂ ਹੁੰਦੇ। ਇਹਨਾਂ ਨੇ ਵੀ ਆਪਣੇ ਸਮੇਂ ਦੇ ਵਿੱਚ ਕਾਫੀ ਕੁਝ ਕੀਤਾ ਹੁੰਦਾ, ਸਰਕਾਰ ਤੋਂ ਇੱਧਰ ਉੱਧਰ ਜਾ ਕੇ ਫਾਇਦੇ ਲਏ ਹੁੰਦੇ ਆ। ਸੋ ਇਸ ਕਰਕੇ ਇਹਨਾਂ ਦੇ ਕਿਹਾ ਸਮਾਜ ਦੇ ਵਿੱਚ ਕੋਈ ਬਹੁਤਾ ਕੋਈ ਅਸਰ ਰੱਖਦਾ ਨਹੀਂ, ਕਿਉਂਕਿ ਜਦੋਂ ਇਹ ਲੋਕ ਪਾਵਰ 'ਚ ਹੁੰਦੇ ਆ ਉਦੋਂ ਉਹ ਪਾਵਰ ਦੀ ਵਰਤੋਂ ਲੋਕਾਂ ਦੇ ਹਿੱਤ ਵਿੱਚ ਨਹੀਂ ਕਰਦੇ। ਤੇ ਜਿਸ ਤਰੀਕੇ ਨਾਲ ਅਸੀਂ ਦੇਖਿਆ ਹੈ ਕਿ ਕੁੰਵਰ ਵਿਜੇ ਪ੍ਰਤਾਪ ਨੇ ਵੀ ਪਹਿਲਾਂ ਜਿਹੜਾ ਆ ਉਹ ਜਿਸ ਤਰ੍ਹਾਂ ਦਾ ਉਹਨਾਂ ਦਾ ਕੰਮ ਹੋ ਗਿਆ ਸੀ, ਉਹਨਾਂ ਦਾ ਕੰਮ ਇੱਕ ਬਿਊਰੋਕਰੇਟ ਨਾਲੋਂ ਵੱਧ ਇੱਕ ਸਿਆਸਤਦਾਨ ਵਾਲਾ ਸੀਗਾ। ਉਹ ਪ੍ਰੈਸ ਜਾ ਕੇ ਮੀਡੀਆ ਜਾ ਕੇ ਆਪਣੇ ਬਿਆਨ ਦਿੰਦੇ ਰਹੇ ਆ, ਜਦੋਂ ਕਿ ਉੱਥੇ ਉਹਨਾਂ ਨੂੰ ਲੋੜ ਨਹੀਂ ਸੀ। ਉਹਨਾਂ ਨੂੰ ਦਾ ਆਪਣਾ ਜਿਹੜਾ ਉਹਨਾਂ ਦਾ ਪੁਲਿਸ ਅਧਿਕਾਰੀ ਦੇ ਬਤੌਰ ਜਿਹੜਾ ਕੰਮ ਕਰਨਾ ਸੀ ਉਹੀ ਕਰਨਾ ਚਾਹੀਦਾ ਸੀ, ਬੈਟਰ ਕਰ ਸਕਦੇ ਸੀਗੇ। ਸੋ ਉਹ ਕਹਿ ਰਹੇ ਆ ਕਿਉਂਕਿ ਜੁੜੇ ਰਹੇ ਆ, ਉਹਨਾਂ ਕੋਲ ਇਨਫੋਰਮੇਸ਼ਨ ਤਾਂ ਹੈਗੀ ਆ। ਸੋ ਉਹਦਾ ਹੁਣ ਤਾਂ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ ਕਿ ਉਹ ਇਲੈਕਸ਼ਨ ਦੇ ਵਿੱਚ ਕਿੰਨਾ ਕੁ ਡੈਮੇਜ ਅਕਾਲੀ ਦਲ ਨੂੰ ਕਰ ਪਾਉਂਦੇ। ਨਾਲ ਹੀ ਸਰ ਤੁਹਾਨੂੰ ਇਹ ਵੀ ਦੱਸਣਾ ਚਾਹੂੰਗੀ ਕਿ ਇੱਕ ਹੋਰ ਮੁੱਦੇ ਤੇ ਬਵਾਲ ਬਣਿਆ ਹੋਇਆ, ਜੋ ਹਰਸਿਮਰਤ ਬਾਦਲ ਹੈ ਉਹਨੇ ਆਪਣੀ ਚੋਣ ਨਿਸ਼ਾਨ ਤਕੜੀ ਨੂੰ ਨਾ ਗੁਰੂ ਨਾਨਕ ਦੇਵ ਜੀ ਦੀ ਤਕੜੀ ਦੇ ਨਾਲ ਕੰਪੇਅਰ ਕਰਤਾ ਤੇ ਉਸ ਤੇ ਬਹੁਤ ਤੰਜ ਕੱਸੇ ਜਾ ਰਹੇ ਨੇ। ਦੇਖੋ ਜੀ, ਇਹ ਰੂਹੀ ਜੀ ਅੱਜ ਦਾ ਮਸਲਾ ਨਹੀਂ, ਇਹ ਮਸਲਾ ਜਦੋਂ ਸ਼੍ਰੋਮਣੀ ਅਕਾਲੀ ਦਲ ਕੋਲ ਪੰਜਾ ਹੁੰਦਾ ਸੀਗਾ ਉਦੋਂ ਕਾਂਗਰਸ ਕੋਲ ਗਊ ਅੱਛਾ ਸੀ ਤੇ ਅਕਾਲੀ ਦਲ ਕੋਲ ਪੰਜਾ ਸੀਗਾ। ਉਦੋਂ ਅਕਾਲੀ ਦਲ ਦੇ ਜਿਹੜੇ ਲੀਡਰ ਸੀ ਉਹ ਕਹਿੰਦੇ ਸੀ ਗੁਰੂ ਨਾਨਕ ਦਾ ਪੰਜਾ ਆ, ਤੇ ਪੰਜਾ ਸਾਹਿਬ ਦਾ ਗੁਰਦੁਆਰਾ ਵੀ ਹੈਗਾ ਆ ਪਾਕਿਸਤਾਨ ਦੇ ਵਿੱਚ। ਤੋ ਇਸ ਤਰ੍ਹਾਂ ਇਹ ਕੋਈ ਪਹਿਲੀ ਘਟਨਾ ਨਹੀਂ ਕਿ ਇਸ ਤਰ੍ਹਾਂ ਦਾ ਇਹ ਉਸ ਚਿੰਨ੍ਹਾਂ ਨੂੰ, ਕਿਉਂਕਿ ਹੁਣ ਜਿਹੜਾ ਆ ਚੋਣ ਕਮਿਸ਼ਨ ਹੈ ਜਾਂ ਉਹਦੇ ਵੱਲੋਂ ਕੁਝ ਹਦਾਇਤਾਂ ਜਾਰੀ ਹੁੰਦੀਆਂ ਨੇ, ਉਸ ਹਦਾਇਤਾਂ ਮੁਤਾਬਕ ਤੁਸੀਂ ਜਿਹੜੇ ਆਪਣੇ ਪਾਰਟੀ ਦੇ ਚਿੰਨ੍ਹ ਹੈ ਉਹਨਾਂ ਨੂੰ ਕਿਸੇ ਧਰਮ ਨਾਲ ਜੋੜ ਕੇ ਨਹੀਂ ਕਰ ਸਕਦੇ। ਜੋ ਇਸ ਤਰ੍ਹਾਂ ਕਰਦੇ ਆ ਤੇ ਉਹਨਾਂ ਤੇ ਐਕਸ਼ਨ ਹੋ ਸਕਦਾ ਆ। ਤੇ ਚੋਣ ਕਮਿਸ਼ਨ ਨੇ ਵੀ ਕੋਈ ਬਹੁਤੇ ਵੱਡੇ ਸਿਆਸੀ ਲੀਡਰਾਂ ਦੇ ਖਿਲਾਫ ਕਦੀ ਕੋਈ ਡਟ ਕੇ ਐਕਸ਼ਨ ਲਿਆ ਨਹੀਂਗਾ, ਇਸ ਕਰਕੇ ਇਹ ਬਚ ਜਾਂਦੇ ਆ। ਤੇ ਜਿਹੜੀ ਤਕੜੀ ਗੁਰੂ ਨਾਨਕ ਦੀ ਹੈ ਤੇ ਪੰਜਾ ਵੀ ਗੁਰੂ ਨਾਨਕ ਦਾ ਆ, ਕਾਂਗਰਸ ਕੋਲ ਹੈ ਜਿਹੜਾ। ਤੇ ਮੈਨੂੰ ਨਹੀਂ ਲੱਗਦਾ ਕਿ ਝਾੜੂ ਹੈ ਜਿਹੜਾ ਪੰਜਾਬ 'ਚ ਆਇਆ ਇਹ ਵੀ ਕਿਸੇ ਨਾ ਝਾੜੂ ਸਾਹਿਬ ਗੁਰਦੁਆਰਾ ਹੈਗਾ ਸਿੱਖਾਂ ਦੇ ਵਿੱਚ, ਤੇ ਸਾਰੇ ਆਪੋ ਆਪਣਾ ਕਿਸੇ ਨਾ ਕਿਤੇ ਜੋੜ ਲੈਣਗੇ ਤਾਂ, ਕਿਉਂਕਿ ਕੁਝ ਨਾ ਕੁਝ ਕਿਸੇ ਨਾ ਕਿਸੇ ਜੁੜ ਰਹੇਗਾ ਤੇ ਇਹਦੇ ਨਾਲ ਲੋਕਾਂ ਦੇ ਵਿੱਚ ਕੋਈ ਅਸਰ ਪੈਣ ਵਾਲਾ ਆ। ਤਕੜੀ ਦੇ ਵਿੱਚ ਜੇ ਗੁਰੂ ਨਾਨਕ ਦੀ ਤਕੜੀ ਸੀ ਤਾਂ ਪਿਛਲੇ ਸਮੇਂ ਜਦੋਂ ਅਕਾਲੀ ਦਲ ਦੀਆਂ ਵੱਡੇ ਲੀਡਰਾਂ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ ਤੇ ਉਦੋਂ ਵੀ ਤਕੜੀ ਸੀ। ਤੇ ਇਹਦਾ ਮਤਲਬ ਹੈ ਕਿ ਗੁਰੂ ਨਾਨਕ ਸਾਹਿਬ ਦੀ ਤਕੜੀ ਨੂੰ ਲੋਕ ਰਿਜੈਕਟ ਕਰਦੇ, ਇਹ ਤਾਂ ਨਹੀਂ ਕਹਿ ਸਕਦੇ ਅਸੀਂ। ਗੁਰੂ ਨਾਨਕ ਸਾਹਿਬ ਦੀ ਤਕੜੀ ਤਾਂ ਪੂਰਾ ਤੋਲਦੇ ਸੀ, ਉਹ ਭੇਦਭਾਵ ਨਹੀਂ ਸੀ ਕਰਦੀ। ਪਰੰਤੂ ਅਸੀਂ ਦੇਖਿਆ ਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਤਕੜੀ ਹੈ ਇਹਦੇ ਵਿੱਚ ਹੁਣ ਭਾਈ ਲਾਲੂਆਂ ਦੇ ਵਾਸਤੇ ਕੋਈ ਥਾਂ ਨਹੀਂ ਰਹੀ। ਉੱਥੇ ਤਾਂ ਵੱਡੇ ਬਿਜ਼ਨਸਮੈਨ, ਵੱਡੇ ਜਿਹੜੇ ਵਪਾਰੀ ਆ, ਉਹਨਾਂ ਦਾ ਅਲੀਟ ਲੋਕਾਂ ਦਾ ਕਬਜ਼ਾ ਹੋ ਚੁੱਕਿਆ ਆ। ਉੱਥੇ ਹੁਣ ਉਹਨੂੰ ਗੁਰੂ ਨਾਨਕ ਦੀ ਤਕੜੀ ਕਹਿਣਾ ਜਿਹੜਾ ਆ ਉਹ ਵੱਡੀ ਬੇਇਨਸਾਫੀ ਹੈ। ਤੇ ਮੈਂ ਨਹੀਂ ਕਹਿੰਦਾ ਕਿ ਇਹਦਾ ਕੋਈ ਬਹੁਤਾ ਹਰਸਿਮਰਤ ਦੇ ਬਿਆਨ ਦਾ ਕੋਈ ਉਹਨਾਂ ਨੂੰ ਫਾਇਦਾ ਹੋਣ ਵਾਲਾ ਇਸ ਗੱਲ। ਮਤਲਬ ਕਿ ਸਿੱਧੀ ਜੀ ਗੱਲ ਹੈ ਕਿ ਆਪਣੇ ਆਪ ਨੂੰ ਕਲੀਨ ਚਿਟ ਦੇਣ ਵਾਸਤੇ ਜੋ ਗੁਰੂ ਮਹਾਰਾਜ ਦਾ ਤੁਸੀਂ ਕੰਪੇਅਰ ਆਪਣੇ ਆਪ ਨੂੰ ਕਰੋਗੇ ਤਾਂ ਬਹੁਤ ਗਲਤ ਗੱਲ ਹੈ, ਕਿਉਂਕਿ ਆਪ ਉਹਨਾਂ ਦਾ ਜੀਵਨ ਉਸ ਪੱਧਰ ਦਾ ਨਹੀਂ ਹੈਗਾ। ਜੇ ਤਾਂ ਜੀਵਨ ਉਸ ਪੱਧਰ ਦਾ ਹੋਵੇ ਜੀ, ਤੁਹਾਡਾ ਜਿਹੜਾ ਬਾਕੀ ਜਿਹੜਾ ਤੁਹਾਡੇ ਜ਼ੁਬਾਨ ਚੋਂ ਨਿਕਲੇ ਸ਼ਬਦ ਹੈ ਉਹਨਾਂ ਦਾ ਕੋਈ ਅਰਥ ਹੋਣਾ ਚਾਹੀਦਾ ਆ। ਪਰੰਤੂ ਤੁਸੀਂ 24 ਘੰਟੇ ਝੂਠ ਬੋਲਦੇ ਹੋ, ਝੂਠ ਬੋਲ ਕੇ ਆਪਣਾ ਜਿਹੜਾ ਆ ਉਹ ਬਿਜ਼ਨਸ ਤੁਸੀਂ ਵਧਾਇਆ ਆ, ਆਪਣੇ ਬੈਨੀਫਿਟ ਵਾਸਤੇ ਵੱਡੀਆਂ ਵੱਡੀਆਂ ਚੀਜ਼ਾਂ ਦਾ ਤੇ ਲਾਈਆਂ ਨੇ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਵਾਈ ਹੈ ਤੇ ਹੁਣੇ ਪਿਛਲੇ ਸਮੇਂ ਦੇ ਵਿੱਚ ਤੁਸੀਂ ਉਸ ਸ਼੍ਰੋਮਣੀ ਕਮੇਟੀ ਦੇ ਵਿੱਚ ਵੀ ਸੱਤਾਧਾਰੀ ਪਾਰਟੀ ਹੈ ਤੇ 700-800 ਸਰੂਪਾਂ ਦੀ ਬੇਅਦਬੀ ਦੇ ਇਲਜ਼ਾਮ ਸ਼੍ਰੋਮਣੀ ਅਕਾਲੀ ਦਲ ਤੇ ਲੱਗਦੇ ਹੀ ਰਹੇ ਆ, ਸ਼੍ਰੋਮਣੀ ਕਮੇਟੀ ਦੇ ਥਰੂ ਹੋਏ ਆ ਜਿਹੜੇ। ਤੇ ਉਹ ਸਾਰੇ ਰੂਹੀ ਜੀ ਕਹਿੰਦੇ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਬੀੜਾਂ ਦਿੱਤੀਆਂ ਗਈਆਂ ਸੀਗੀਆਂ ਉਹ ਜਿਹੜੀਆਂ ਸ਼੍ਰੋਮਣੀ ਅਕਾਲੀ ਦਲ ਦੇ ਵੱਡੇ ਲੀਡਰਾਂ ਦੀ ਸਿਫਾਰਿਸ਼ ਤੇ ਦਿੱਤੀਆਂ ਜਾਂਦੀਆਂ ਸੀਗੀਆਂ। ਤੇ ਹੁਣ ਇਹ ਕਈ ਕੁਛ ਹੈਗਾ ਆ, ਉਹ ਲੋਕਾਂ ਦੇ ਵਿੱਚ ਜਾਣਾ ਆਉਣ ਵਾਲੇ ਸਮੇਂ ਦੇ ਵਿੱਚ, ਵਿਰੋਧੀਆਂ ਨੇ ਵੀ ਲੈ ਕੇ ਜਾਣਾ ਆ। ਹੁਣ ਦੇਖਦੇ ਆ ਉਹਦੇ ਵਿੱਚ ਕਿਹੜੇ ਪਾਸੇ ਨੂੰ ਜਿਹੜਾ ਆ ਇਹ ਰੁਝਾਨ ਸ਼ੁਰੂ ਹੁੰਦਾ ਹੈ ਜੀ। ਖੁਸ਼ਹਾਲ ਸਿੰਘ ਜੀ, ਤੇ ਅਗਲੇ ਮੁੱਦੇ ਵੱਲ ਵਧਦੇ ਹਾਂ। ਪੰਜਾਬ ਕਾਂਗਰਸ ਕਮੇਟੀ ਦੀ ਮੀਟਿੰਗ ਕੱਲ ਦਿੱਲੀ ਵਿੱਚ ਹੋਈ ਸੀ ਤੇ 50 ਮੈਂਬਰਸ ਦਾ ਫੈਸਲਾ ਕਰ ਲਿਆ ਗਿਆ, ਇਹ ਦੱਸਿਆ ਜਾ ਰਿਹਾ ਹੈ। ਪਰ ਜੋ ਸੀਐਮ ਦਾ ਚਿਹਰਾ ਹੋਵੇਗਾ ਉਹ ਹਜੇ ਤੱਕ ਵੀ ਨਹੀਂ ਪਤਾ ਚੱਲ ਰਿਹਾ ਕਿ ਚੋਣਾਂ ਤੋਂ ਬਾਅਦ ਪਤਾ ਲੱਗੇਗਾ। ਰੋਹਿਤ ਜੀ, ਜੇਕਰ ਅੱਜ ਕਾਂਗਰਸ ਦੀ ਹਾਈ ਕਮਾਂਡ ਸੀਐਮ ਦਾ ਚਿਹਰਾ ਅਨਾਉਂਸ ਕਰਦੀ ਹੈ ਤੇ ਉਹਦੇ ਕਈ ਕਿਸਮ ਦੇ ਪਾਰਟੀ ਨੂੰ ਨੁਕਸਾਨ ਹੋ ਸਕਦੇ ਆ। ਪਹਿਲੀ ਗੱਲ ਹੈ ਕਿ ਜਿਹੜੀ ਕਾਂਗਰਸ ਹੈ ਉਹ ਦਲਿਤ ਪੱਤਾ ਜਿਹੜਾ ਆ ਚੱਕਿਆ ਤੇ ਭਾਵੇਂ ਬੀਜੇਪੀ ਵੱਲੋਂ ਗਿਆ ਸੀਗਾ, ਪਰੰਤੂ ਉਹਨੂੰ ਕੈਸ਼ ਕਰਾਉਣ ਵਿੱਚ ਕਾਮਯਾਬ ਹੋਈ ਸੀ ਤੇ ਉਹਨਾਂ ਨੇ ਸੀਐਮ ਦਾ ਜਿਹੜਾ ਕੈਂਡੀਡੇਟ ਸੀਐਮ ਬਣਾ ਦਿੱਤਾ ਚੰਨੀ ਨੂੰ ਦਲਿਤ ਵਰਗ ਦੇ ਵਿੱਚੋਂ। ਤੇ ਹੁਣ ਉਹਨਾਂ ਨੂੰ ਲਾਉਣਾ ਤੇ ਸੌਖਾ ਸੀ, ਲਾ ਦਿੱਤਾ, ਫੈਸਲਾ ਕਰ ਲਿਆ ਆ।
ਹੁਣ ਜੇਕਰ ਉਹ ਇਹ ਅਨਾਉਂਸ ਕਰ ਦਿੰਦੇ ਆ ਕਿ ਅਗਲਾ ਜਿਹੜਾ ਸੀਐਮ ਹੈ ਸਾਡਾ ਉਹ ਦਲਿਤ ਨਹੀਂ ਹੋਏਗਾ, ਉਹ ਹੋਰ ਕੋਈ ਹੋਏਗਾ, ਜਨਰਲ ਕੈਟਾਗਰੀ 'ਚ ਹੋਏਗਾ ਜਾਂ ਜੱਟ ਸਮਾਜ 'ਚ ਹੋਏਗਾ, ਤਾਂ ਉਹਦਾ ਨੁਕਸਾਨ ਬਹੁਤ ਹੋਏਗਾ ਕਿਉਂਕਿ 37% ਵੋਟ ਹੈ ਜਿਹੜੀ ਉਹ ਦਲਿਤਾਂ ਦੀ ਹੈ ਤੇ ਕਾਂਗਰਸ ਕਦੀ ਵੀ ਇਹ ਫੈਸਲਾ ਨਹੀਂ ਕਰ ਸਕਦੀ ਕਿ ਉਸ ਵੋਟ ਨੂੰ ਦਾਅ ਤੇ ਲਾ ਦੇ, ਕਰੇ ਜੋ ਕੁਝ ਮਰਜ਼ੀ, ਕਿਉਂਕਿ ਪਾਰਟੀਆਂ ਦੇ ਜਿਹੜੀ ਅੰਦਰੂਨੀ ਲੋਕਤੰਤਰ ਅੰਸ਼ ਹੈ ਉਹ ਖਤਮ ਹੋ ਚੁੱਕੇ ਹੈ। ਹੋਣਾ ਤਾਂ ਰੋਹੀ ਜੀ ਉਹੀ ਹੈ ਜੋ ਉੱਥੇ ਸੋਨੀਆ ਗਾਂਧੀ ਜਾਂ ਰਾਹੁਲ ਗਾਂਧੀ ਜਾਂ ਪ੍ਰਿੰਕਾ ਗਾਂਧੀ ਨੇ ਡਿਸਾਈਡ ਕਰਨਾ ਆ। ਇੱਥੇ ਪੰਜਾਬ ਦੇ ਜਿੱਤੇ ਹੋਏ ਐਮਐਲਏ ਨੇ ਡਿਸਾਈਡ ਨਹੀਂ ਕਰਨਾ ਕਿ ਉਹਨਾਂ ਦਾ ਸੀਐਮ ਆਗੂ ਕੌਣ ਹੋਏਗਾ, ਉਹਨਾਂ ਦਾ ਵਿਰੋਧੀ ਧਿਰ ਦਾ ਜਾਂ ਜਿਹੜਾ ਵੀ ਲੀਡਰ ਉਹਨਾਂ ਨੇ ਚੁਣਿਆ ਪਾਰਟੀ ਦਾ ਕੌਣ ਹੋਏਗਾ। ਚਾਹੀਦਾ ਤਾਂ ਇਹ ਹੈ ਕਿ ਇੱਥੋਂ ਦੇ ਐਮਐਲਏ ਚੁਣ ਕਿ ਉਹਨਾਂ ਦਾ ਲੀਡਰ ਕੌਣ ਹੈ, ਪਰੰਤੂ ਇਦਾਂ ਹੁੰਦਾ ਨਹੀਂ ਕਿਉਂਕਿ ਜਦੋਂ ਦੇ ਚੋਣ ਜਿਹੜੇ ਸਿਸਟਮ ਹੈ ਉਹਦੇ ਵਿੱਚ ਪਾਰਟੀ ਇੱਕ ਜਿਹੜੇ ਆ ਨਵੇਂ ਕਾਨੂੰਨ ਲਾਗੂ ਕਰ ਦਿੱਤੇ ਗਏ ਆ। ਉਸ ਕਾਨੂੰਨ ਮੁਤਾਬਕ ਜੇਕਰ ਤੁਹਾਡੇ ਕੋਲ 66% ਮੈਜੋਰਟੀ ਨਹੀਂ ਹੈਗੀ ਤਾਂ ਤੁਸੀਂ ਕੋਈ ਜਿਹੜਾ ਬਾਗੀ ਨਹੀਂ ਹੋ ਸਕਦੇ, ਅਲੱਗ ਨਹੀਂ ਹੋ ਸਕਦੇ ਪਾਰਟੀ ਪ੍ਰਧਾਨ ਤੋਂ। ਪਾਰਟੀ ਪ੍ਰਧਾਨ ਕੋਲ ਚੋਣ ਨਿਸ਼ਾਨ ਨੇ ਤੇ ਉਹਨਾਂ ਦੇ ਅੰਡਰ ਉਹਨੇ ਕੋਲ ਡੰਡਾ ਐਡਾ ਵੱਡਾ ਦੇਤਾ ਆ, ਕਿਸੇ ਕੋਲ ਜ਼ਰੂਰਤ ਨਹੀਂ ਬੜੀ, ਇਸ ਨਹੀਂ ਕਿਸੇ ਵੀ ਪਾਰਟੀ 'ਚ ਜ਼ਰੂਰਤ ਨਹੀਂ ਬਚੀ ਹੈਗੀ ਉਹਦੇ। ਹੁਣ ਜਿਹੜਾ ਆ ਇੱਥੇ ਫੈਸਲਾ ਕਰਨਾ ਹੈਗਾ ਆ, ਸੋਨੀਆ ਗਾਂਧੀ ਨੇ ਪੰਜਾਬ ਦਾ ਸੀਐਮ ਲੀਡਰ ਕੌਣ ਹੋਏਗਾ, ਦੂਜੇ ਪਾਸੇ ਕੇਜਰੀਵਾਲ ਸਾਹਿਬ ਦਿੱਲੀੋਂ ਫੈਸਲਾ ਕਰਨਗੇ, ਤੀਜੇ ਪਾਸੇ ਬੀਜੇਪੀ ਦੇ ਜਿਹੜੇ ਪ੍ਰਧਾਨ ਨੇ ਉਹ ਫੈਸਲਾ ਕਰਨਗੇ ਪੰਜਾਬ ਦਾ ਲੀਡਰ ਕੌਣ ਹੋਏਗਾ। ਪਰ ਪੰਜਾਬ ਦੇ ਲੋਕ ਪੰਜਾਬੀ ਫੈਸਲਾ ਨਹੀਂ ਕਰ ਸਕਦੇ। ਇਹ ਸਾਡੀ ਜਿਹੜੀ ਬਹੁਤ ਅਸੀਂ ਕਹੀਏ ਕਿ ਟ੍ਰੈਜਡੀ ਆ ਪੰਜਾਬ ਦੀ। ਤੇ ਜਿਹੜਾ ਅਸੀਂ ਉਮੀਦ ਕਰਦੇ ਖੇਤਰੀ ਪਾਰਟੀ ਜਿਹਦਾ ਹੱਕ ਬਣਦਾ ਸੀ ਉਹ ਸ਼੍ਰੋਮਣੀ ਅਕਾਲੀ ਦਲ ਸੀ। ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਦੇ ਹਿੱਤਾਂ ਨੂੰ ਬੇਦਾਵਾ ਦੇ ਦਿੱਤਾ ਆ ਕਾਫੀ ਲੰਮੇ ਸਮੇਂ ਤੋਂ। ਉਹਨਾਂ ਦਾ ਜਿਹੜਾ ਆਧਾਰ ਖਤਮ ਹੋਇਆ, ਉਹਨਾਂ ਦੇ ਪੈਰ ਨਹੀਂ ਲੱਗ ਰਹੇ ਹੁਣ ਪੰਜਾਬ ਦੀ ਸਿਆਸਤ ਵਿੱਚ। ਤੋ ਇਸ ਕਰਕੇ ਹੁਣ ਉਹਨਾਂ ਨੇ ਵੀ ਕਿਸੇ ਨਾ ਕਿਸੇ ਸਿਆਸੀ ਪਾਰਟੀ ਦੇ ਮੋਢੇ ਤੇ ਚੜ੍ਹ ਕੇ ਜਿਹੜਾ ਆ ਉਹ ਸਿਆਸਤ ਕਰਨੀ ਹੈ। ਜਿਸ ਅਸੀਂ ਦੇਖ ਹੀ ਰਹੇ ਹਾਂ, ਦੋ ਹੋਰ ਰੀਜਨਲ ਲੀਡਰ ਨੇ ਪੰਜਾਬ ਦੇ ਵਿੱਚ ਵੱਡੇ, ਜਿਨ੍ਹਾਂ ਦਾ ਇਤਿਹਾਸ ਵਿੱਚ ਵੀ ਨਾਂ ਰਿਹਾ ਆ। ਇੱਕ ਹੈ ਸੁਖਦੇਵ ਸਿੰਘ ਢੀਂਡਸਾ, ਦੂਜੇ ਆ ਕੈਪਟਨ ਅਮਰਿੰਦਰ ਸਿੰਘ। ਦੋਨਾਂ ਨੇ ਆਪੋ ਆਪਣੀਆਂ ਪਾਰਟੀਆਂ ਬਣਾਈਆਂ ਹੋਈਆਂ ਨੇ ਤੇ ਉਹਨਾਂ ਪਾਰਟੀਆਂ ਨੇ ਵੀ ਬੀਜੇਪੀ ਦੇ ਥਰੂ ਪੰਜਾਬ ਦੀ ਸਿਆਸਤ ਕਰਨੀ ਹੈ। ਸੋ ਕਾਂਗਰਸ ਕੋਈ ਆਪਣੇ ਫੈਸਲਾ ਕਰੇ ਕਿ ਉਹਨਾਂ ਨੇ ਸਿੱਧੂ ਨੂੰ ਕੈਂਡੀਡੇਟ ਬਣਾਉਣਾ ਆ ਜਾਂ ਜਿਸ ਤਰ੍ਹਾਂ ਪਿੱਛੇ ਚੱਕਰ ਸੀਗਾ ਕਿ ਕਿਸੇ ਹਿੰਦੂ ਜਿਹੜਾ ਆ ਕੈਂਡੀਡੇਟ ਨੂੰ ਸੀਐਮ ਦਾ ਚਿਹਰਾ ਬਣਾਉਣਾ ਆ, ਤੇ ਦੂਸਰੇ ਵਰਗ ਜਿਹੜੇ ਦੋ ਉਹ ਨਾਰਾਜ਼ ਹੋ ਜਾਣਗੇ। ਇਸ ਕਰਕੇ ਸਿਆਸਤ ਦੇ ਵਿੱਚ ਇਹ ਬੜਾ ਕਈ ਵਾਰੀ ਮਹਿੰਗਾ ਪੈ ਜਾਂਦਾ ਫੈਸਲਾ ਕੀਤਾ ਹੋਇਆ। ਨਵੀਆਂ ਪਾਰਟੀਆਂ ਨੂੰ ਸੌਖਾ ਆ ਇਹ ਫੈਸਲਾ ਤਾਂ ਹਾਲੇ ਤੱਕ ਆਮ ਪਾਰਟੀ ਜਿਹੜੀ ਹੈ ਕੇਜਰੀਵਾਲ ਦੀ ਪਾਰਟੀ ਹੈ ਜਿਹੜੀ ਕਲੇਮ ਕਰਦੀ ਹੈ ਕਿ ਪੰਜਾਬ ਦੇ ਵਿੱਚ ਹੋਰ ਸਰਕਾਰ ਬਣਾਉਣ ਜਾ ਰਹੀ ਹੈ, ਉਹ ਵੀ ਹਾਲੇ ਆਪਣੇ ਕੈਂਡੀਡੇਟ ਦਾ ਫੈਸਲਾ ਕਰਨ ਤੋਂ ਟਲ ਰਹੇ ਆ ਕਿਉਂਕਿ ਉਹਨਾਂ ਨੂੰ ਪਤਾ ਆ ਜੇਕਰ ਉਹ ਜਨਰਲ ਵਰਗ ਤੋਂ ਕਿਸੇ ਨੂੰ ਹਮਾਇਤ ਦੇ ਦਿੰਦੇ ਆ ਤੇ ਜਿਹੜਾ ਦੂਸਰਾ ਵਰਗ ਹੈ ਜਾਂ ਦੂਜੀਆਂ ਪਾਰਟੀਆਂ ਉਹ ਕਹਿਣਗੀਆਂ ਕਿ ਦਲਿਤਾਂ ਦੇ ਨਾਲ ਜਿਹੜਾ ਧੱਕਾ ਕਰਦੀ ਹੈ ਜਾਂ ਦੂਸਰੇ ਵਰਗ ਓਬੀਸੀ ਨਾਲ ਧੱਕਾ ਕਰਦੀ ਹੈ। ਇਸ ਕਰਕੇ ਇਹ ਫੈਸਲਾ ਹੁਣ ਲਟਕ ਜਾਣਾ ਆ ਤੇ ਇਸ ਤਰ੍ਹਾਂ ਹੀ ਚੱਲਣਾ। ਕੁਝ ਦਿਨ ਹੋਰ ਸਾਨੂੰ ਇਸ ਤਰ੍ਹਾਂ ਦੀਆਂ ਖਬਰਾਂ ਮਿਲਦੀਆਂ ਰਹਿਣਗੀਆਂ। ਜੀ ਖੁਸ਼ਹਾਲ ਸਿੰਘ ਜੀ, ਤੇ ਪੰਜਾਬ ਸਰਕਾਰ ਨੇ ਵਿਦਿਆਰਥੀਆਂ ਵਾਸਤੇ ਇੱਕ ਸਪੈਸ਼ਲ ਬੱਸ ਪਾਸ ਦਾ ਐਲਾਨ ਕੀਤਾ, ਕੀ ਫੈਸਿਲਿਟੀਜ਼ ਹੋਣਗੀਆਂ ਉਸ ਵਿੱਚ ਵਿਦਿਆਰਥੀਆਂ ਨੂੰ? ਚੰਨੀ ਸਾਹਿਬ ਨੇ ਅੱਜ ਹੀ ਐਲਾਨ ਕੀਤਾ ਹੈ ਕਿ ਵਿਦਿਆਰਥੀ ਭਾਵੇਂ ਉਹ ਕਿਸੇ ਸਰਕਾਰੀ ਕਾਲਜ 'ਚ ਪੜ੍ਹਦੇ ਆ ਜਾਂ ਪ੍ਰਾਈਵੇਟ ਕਾਲਜ 'ਚ ਪੜ੍ਹਦੇ ਆ, ਸਕੂਲ 'ਚ ਪੜ੍ਹਦੇ ਆ, ਸਾਰੀਆਂ ਸੰਸਥਾਵਾਂ ਦੇ ਜਿਹੜੇ ਵਿਦਿਆਰਥੀ ਹੈ ਉਹਨਾਂ ਨੂੰ ਬੱਸ ਦੀ ਸਹੂਲਤ ਮੁਫਤ ਦਿੱਤੀ ਜਾਵੇਗੀ ਜੀ। ਇਸ ਤੋਂ ਪਹਿਲਾਂ ਰੋਹਿਤ ਜੀ ਐਕਚੁਅਲੀ ਇਹ ਹੁੰਦਾ ਸੀ, ਜ਼ਮੀਨੀ ਹਕੀਕਤ ਇਹ ਸੀ ਕਿ ਪ੍ਰਾਈਵੇਟ ਵੱਡੀਆਂ ਜਿਹੜੀਆਂ ਪ੍ਰਾਈਵੇਟ ਵੱਡੇ ਅਦਾਰਿਆਂ ਦੀਆਂ ਬੱਸਾਂ ਨੇ ਉਹ ਵਿਦਿਆਰਥੀਆਂ ਨੂੰ ਨਹੀਂ ਸੀ ਚੱਕਦੀਆਂ। ਕਦੀ ਕਿਸੇ ਨੇ ਦੇਖਿਆ ਨਹੀਂ ਹੋਗਾ ਔਰਬਿਟ ਜਿਹੜੀ ਬਾਦਲਾਂ ਦੀ ਬੱਸ ਹੈ ਉਹਦੇ ਉੱਤੇ ਕੋਈ ਵਿਦਿਆਰਥੀ ਚੜ੍ਹਦੇ ਹੋਣ। ਉਹ ਜਾਂ ਤਾਂ ਵਿਚਾਰੇ ਪੀਆਰਟੀਸੀ ਦੀਆਂ ਬੱਸਾਂ ਤੇ ਜਾਂ ਫਿਰ ਛੋਟੇ ਮੋਟੇ ਪ੍ਰਾਈਵੇਟ ਜਿਹੜੀਆਂ ਲੋਕਲ ਬੱਸਾਂ ਆ ਉਹਨਾਂ ਤੇ ਸਫ਼ਰ ਕਰਦੇ ਸੀਗੇ ਤੇ ਉਹ ਪਾਸ ਬਣਾਉਣੇ ਪੈਂਦੇ ਸੀ। ਹੁਣ ਉਹ ਪਾਸ ਤਾਂ ਬਣਨਗੇ, ਉਹਦਾ ਫੈਸਲਾ ਜਿਹੜਾ ਪੈਸੇ ਆ ਪੰਜਾਬ ਸਰਕਾਰ ਦਊਗੀ। ਜਿਸ ਤਰ੍ਹਾਂ ਪਹਿਲਾਂ ਹੀ ਔਰਤਾਂ ਦਾ ਤਾਂ ਮਾਫੀ ਹੈ, ਅਸੀਂ ਕਹੀਏ ਕਿ ਪਹਿਲਾਂ ਵੀ 50% ਜਿਹੜੇ ਜ਼ਿਆਦਾ ਹੈ ਸਾਡੇ ਪੰਜਾਬ ਦੇ ਜਿਹੜੇ ਕਾਲਜ ਹੈ ਉਹਨਾਂ ਦੇ ਵਿੱਚ ਵਿਦਿਆਰਥਣਾਂ ਹੀ ਹੁੰਦੀਆਂ ਵਿਦਿਆਰਥੀਆਂ ਨਾਲੋਂ ਵੱਧ, ਤੇ ਉਹਨਾਂ ਦੇ ਪਹਿਲਾਂ ਹੀ ਬੱਸ ਜਿਹੜੀ ਆ ਸਫ਼ਰ ਮਾਫ ਸੀਗਾ। ਹੁਣ ਉਹਨਾਂ ਨੇ ਬਾਕੀ ਦੇ ਜਿਹੜੇ ਕਰ ਦਿੱਤੇ ਆ ਉਹ ਸਾਰਾ ਕੁਝ ਵੋਟਾਂ ਦੀ ਰਾਜਨੀਤੀ ਕਰਕੇ ਹੋ ਰਿਹਾ ਆ, ਵੋਟਾਂ ਨੂੰ ਆਪਣੇ ਖਿੱਚਣ ਵਾਸਤੇ। ਨਹੀਂ ਤਾਂ ਚੰਨੀ ਸਾਹਿਬ ਵੀ ਪਹਿਲਾਂ 5 ਸਾਲ ਤੋਂ ਇੱਥੇ ਸੀਗੇ ਤੇ ਵਿਦਿਆਰਥੀ ਵੀ ਇੱਥੇ ਸੀਗੇ। ਹੁਣ ਆਉਣ ਵਾਲੇ ਸਮੇਂ 'ਚ ਹੋ ਸਕਦਾ ਕਿ ਅਦਾਰੇ ਫੇਰ ਬੰਦ ਹੋ ਜਾਣ, ਉਹਨਾਂ ਦਾ ਕਿੰਨਾ ਜਿਹੜਾ ਅਸਰ ਪਏਗਾ ਇਹ ਤਾਂ ਸਮਾਂ ਦੱਸੇਗਾ। ਪਰ ਇਹਦੇ ਨਾਲ
ਪੰਜਾਬ ਦੇ ਵਿਦਿਆਰਥੀਆਂ ਨੂੰ ਖਾਸ ਕਰਕੇ ਜਿਹੜੇ ਸੀਗੇ ਉਹਨਾਂ ਨੂੰ ਕੁਝ ਸਹੂਲਤ ਹੋਵੇਗੀ। ਇਹਦਾ ਇਹੀ ਹੈ ਕਿ ਆਉਣ ਵਾਲੀ ਸਰਕਾਰ ਹੈ ਜਿਹੜੀ ਬੰਨੀ ਹੈ ਉਹ ਸਰਕਾਰ ਇਹ ਫੈਸਲਾ ਵਾਪਸ ਨਾ ਲੈ ਲਵੇ, ਕਿਉਂਕਿ ਟਰਾਂਸਪੋਰਟਰਾਂ ਦਾ ਰੂਹੀ ਜੀ ਬਹੁਤ ਦਬਦਬਾ ਹੁੰਦਾ ਸਿਆਸਤ ਦੇ ਵਿੱਚ। ਇਹ ਜਿਹੜੇ ਵੱਡੇ ਸਿਆਸੀ ਲੋਕ ਨੇ ਇਹਨਾਂ ਦੀਆਂ ਹੀ ਟਰਾਂਸਪੋਰਟਾਂ ਤੇ ਕਬਜ਼ਾ ਆ। ਉਹ ਭਾਵੇਂ ਕਾਂਗਰਸ 'ਚ ਵੀ ਬਹੁਤ ਵੱਡੇ ਵੱਡੇ ਲੀਡਰ ਬੈਠੇ ਆ, ਅਕਾਲੀਆਂ 'ਚ ਵੀ ਬੈਠੇ ਆ, ਹੋਰਾਂ ਪਾਰਟੀਆਂ 'ਚ ਵੀ ਆਉਣਗੇ। ਸੋ ਉਹਨਾਂ ਕੋਲ ਪੈਸਾ ਵੀ ਹੈ ਇਹਨਾਂ ਪਾਰਟੀਆਂ ਨੂੰ ਫੰਡ ਦੇਣ ਵਾਸਤੇ, ਤੇ ਉਹ ਅੱਗੇ ਜਾ ਕੇ ਕਿੰਨਾ ਕੁ ਇਹਨੂੰ ਪ੍ਰੈਕਟੀਕਲ ਲਾਗੂ ਰੱਖਦੇ ਆ ਇਹ ਤਾਂ ਆਉਣ ਵਾਲਾ ਸਮਾਂ ਹੈ। ਪਰ ਇਹਦੇ ਨਾਲ ਰਿਲੀਫ ਕੁਝ ਵਿਦਿਆਰਥੀ ਵਰਗ ਨੂੰ ਜ਼ਰੂਰ ਮਿਲੇਗੀ, ਕਿਉਂਕਿ ਅਸੀਂ ਦੇਖਦੇ ਹਾਂ ਪਿੰਡਾਂ ਦੇ ਵਿੱਚ ਕਰੋਨਾ ਤੋਂ ਬਾਅਦ ਜਿੰਨੀ ਮਹਿੰਗਾਈ ਵਧੀ ਹੈ ਉਹਦੇ ਕਰਕੇ ਲੋਕਾਂ ਦਾ ਜਿਹੜਾ ਦੀਨਾ ਉਹ ਦੁੱਬਰ ਹੋਇਆ ਪਿਆ ਸੀ। ਕੋਈ ਰਾਹਤ ਜ਼ਰੂਰ ਇਹਦੇ ਨਾਲ ਮਿਲੇਗੀ ਜੀ। ਤੇ ਅਗਲਾ ਮੁੱਦਾ ਕਿ 400 ਕਰੋੜ ਦੀ ਰਾਸ਼ੀ ਦੇ ਨਾਲ ਜੋ ਪੰਜਾਬ ਵਿੱਚ ਬੱਸਾਂ ਖਰੀਦੀਆਂ ਜਾਣਗੀਆਂ ਤੇ 58 ਬੱਸਾਂ ਜੋ ਡਿਸਾਈਡ ਕਰ ਲਈਆਂ ਗਈਆਂ। ਇਹ ਵੀ ਦੱਸਿਆ ਗਿਆ ਕਿ ਜੋ ਸਾਡੇ ਸੀਐਮ ਨੇ ਉਹਨਾਂ ਨੇ ਬੱਸ ਵਿੱਚ ਟ੍ਰਾਇਲ ਵੀ ਲਿੱਤੇ ਹੈ ਤੇ ਉਹਨਾਂ ਨੂੰ ਰਵਾਨਗੀ ਵੀ ਦਿੱਤੀ ਹੈ, ਹਰੀ ਝੰਡੀ ਦਿੱਤੀ ਹੈ। ਹਾਂਜੀ, ਕੱਲ ਸੀਐਮ ਸਾਹਿਬ ਨੇ ਚੰਡੀਗੜ੍ਹ ਦੀਆਂ ਸੜਕਾਂ ਦੇ ਉੱਤੇ ਪੰਜਾਬ ਦੀਆਂ ਨਵੀਆਂ ਬੱਸਾਂ ਜਿਹੜੀਆਂ ਆਪ ਚਲਾਈਆਂ ਹੈਗੀਆਂ 60 ਦੀ ਸਪੀਡ ਤੇ ਕਹਿੰਦੇ ਚਲਾਈ ਹੈ ਚੰਨੀ ਸਾਹਿਬ ਨੇ। ਤਾਂ ਚੰਨੀ ਸਾਹਿਬ ਦਾ ਪਹਿਲਾਂ ਹੀ ਇਸ ਤਰ੍ਹਾਂ ਦਾ ਜ਼ਿਕਰ ਹੁੰਦਾ ਹੈ, ਚੁਟਕਲੇ ਬਣ ਚੁੱਕੇ ਆ ਕਿ ਉਹ ਕੰਮ ਕਿਹੜਾ ਹੈ ਜਿਹੜਾ ਚੰਨੀ ਸਾਹਿਬ ਨੇ ਨਹੀਂ ਕੀਤਾ। ਸੋ ਬੱਸਾਂ ਵੀ ਚਲਾ ਰਹੀਆਂ ਤੇ ਇਹ ਵੱਡੀ ਗੱਲ ਤਾਂ ਇਹ ਹੈ ਰੂਹੀ ਜੀ, ਕਦੀ ਜਿਹੜਾ ਪੰਜਾਬ ਦੇ ਵਿੱਚ ਜਿਹੜੀ ਮੋਨੋਪੋਲੀ ਸੀ ਉਹ ਸਰਕਾਰੀ ਬੱਸਾਂ ਦੀ ਹੁੰਦੀ ਸੀਗੀ, ਔਰ ਇਹਦੇ ਵਿੱਚ ਰੇਲਵੇ ਜਿਹੜੀ ਹੈ ਰੇਲਵੇ ਦਾ ਵਿਭਾਗ ਆ ਉਹਦਾ ਵੀ PRTC ਦੇ ਵਿੱਚ ਬਹੁਤ ਵੱਡਾ ਸ਼ੇਅਰ ਹੁੰਦਾ ਸੀ। ਤੇ ਹੁਣ PRTC ਦੀਆਂ ਜਾਂ ਪੰਜਾਬ ਰੋਡਵੇਜ਼ ਦੀਆਂ ਬੱਸਾਂ ਦੇ ਜਿਹੜੇ ਰੂਟ ਨੇ ਉਹਨਾਂ ਦੀ ਹਾਲਤ ਬਹੁਤ ਮਾੜੀ ਸੀ ਕਾਫੀ ਪਿਛਲੇ 10-15 ਸਾਲ ਤੋਂ, ਕਿਉਂਕਿ ਅਸੀਂ ਦੇਖਦੇ ਹੀ ਹਾਂ ਜਿਸ ਤਰ੍ਹਾਂ ਪ੍ਰਾਈਵੇਟ ਸੈਕਟਰ ਦੇ ਵਿੱਚ ਬੱਸਾਂ ਦਾ ਬੋਲਬਾਲਾ ਹੋਇਆ। ਜਿਹੜੇ ਰੂਟ ਕਦੀ 20-30 ਕਿਲੋਮੀਟਰ ਦੇ ਹੁੰਦੇ ਸੀਗੇ ਉਹ ਵਧਾ ਕੇ 200-250 ਕਿਲੋਮੀਟਰ ਦੇ ਕਰ ਦਿੱਤੇ ਗਏ ਪੰਜਾਬ ਦੇ ਵਿੱਚ, ਖਾਸ ਕਰਕੇ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਦੇ ਵਿੱਚ। ਤੇ ਉਹਨੂੰ ਜਿਹੜਾ ਆ ਅੱਗੇ ਜਾ ਕੇ ਕੰਟੀਨਿਊ ਕੀਤਾ ਆ ਅਮਰਿੰਦਰ ਸਿੰਘ ਦੀ ਪਿਛਲੀ ਜਿਹੜੀ ਸਰਕਾਰ ਸੀ ਉਹਨੇ। ਤੇ ਇੱਕ ਪੰਜਾਬ ਦੇ ਵਿੱਚ ਰੂਹੀ ਜੀ ਹੋ ਗਿਆ ਸੀਗਾ ਮਾਫੀਆ, ਜਿਹਨੂੰ ਅਸੀਂ ਕਹੀਏ ਟਰਾਂਸਪੋਰਟ ਮਾਫੀਆ। ਉਹ ਟਰਾਂਸਪੋਰਟ ਮਾਫੀਆ ਬਹੁਤ ਸਾਰੀਆਂ ਬੱਸਾਂ ਜਿਹੜੀਆਂ ਨੇ ਉਹ ਚੱਲਦੀਆਂ ਸੀਗੀਆਂ ਨਜਾਇਜ਼। ਨਜਾਇਜ਼ ਦਾ ਮਤਲਬ ਇਹ ਹੈ ਕਿ ਉਹਨਾਂ ਬੱਸਾਂ ਨੂੰ ਰਸਤੇ ਚੋਂ ਸਵਾਰੀ ਚੁੱਕਣ ਦੀ ਆਗਿਆ ਨਹੀਂ ਹੈਗੀ। ਉਹ ਪਰਮਿਟ ਰੂਟ ਟੂਰਿਸਟ ਪਰਮਿਟ ਹੁੰਦੇ ਆ, ਉਹ ਅੰਮ੍ਰਿਤਸਰ ਤੋਂ ਚੱਕ ਕੇ ਚੰਡੀਗੜ੍ਹ ਆ ਸਕਦੇ ਆ, ਪਰ ਉਹ ਰਸਤੇ ਤੋਂ ਸਵਾਰੀਆਂ ਨਹੀਂ ਚੱਕ ਸਕਦੇ। ਪਰ ਅਸੀਂ ਦੇਖਿਆ ਕਿ ਇੱਥੇ ਜਿਹੜੀਆਂ ਟੂਰਿਸਟ ਬੱਸਾਂ ਨੇ ਉਹ ਲੁਧਿਆਣੇ ਤੋਂ ਚੱਲਦੀਆਂ ਨਾਨਕ ਮੱਤੇ ਤੱਕ, ਬਹੁਤ ਪ੍ਰਾਈਵੇਟ ਜੰਮੂ ਨੂੰ ਜਾਂਦੀਆਂ, ਦਿੱਲੀ ਨੂੰ ਜਾਂਦੀਆਂ, ਬਹੁਤ ਲੰਮੇ ਰੂਟਾਂ ਤੇ ਜਾਂਦੀਆਂ। ਤੇ ਜਿਹੜੇ ਪੈਸੇ ਵਾਲੇ ਰੂਹੀ ਜੀ ਬੰਦੇ ਆ ਉਹ ਸਾਰੇ ਦੇ ਸਾਰੇ ਹੈ ਉਹਨਾਂ ਬੱਸਾਂ 'ਚ ਸਫ਼ਰ ਕਰਦੇ ਆ, ਕਿਉਂਕਿ ਉਹਨਾਂ ਦੇ ਵਿੱਚ ਸਹੂਲਤ ਥੋੜੀ ਜ਼ਿਆਦਾ ਵੀ ਦੇ ਦਿੱਤੀ ਹੈ ਇਹਨਾਂ ਨੇ, ਪਰ ਉਹਨਾਂ ਦੇ ਕਿਰਾਇਆ ਬਹੁਤ ਆ, 3-3 ਹਜ਼ਾਰ 4-4 ਹਜ਼ਾਰ ਰੁਪਇਆ ਕਿਰਾਇਆ ਆ। ਸੋ ਇਹ ਵੱਡਾ ਜਿਹੜਾ ਇਹਦੇ ਨਾਲ ਕੀ ਹੈ ਕਿ ਗੌਰਮੈਂਟ ਨੂੰ ਟੈਕਸ ਦੇ ਪੱਖੋਂ ਬਹੁਤ ਸਾਰਾ ਵੱਡਾ ਘਾਟਾ ਜਿਹੜਾ ਆ ਉਹ ਪੈ ਰਿਹਾ ਕੰਟੀਨਿਊ। ਇਸੇ ਕਰਕੇ ਉਹ ਜਿਹੜੀਆਂ ਸਰਕਾਰੀ ਬੱਸਾਂ ਨੇ ਉਹਨਾਂ ਦੇ ਮਿਲ ਮਿਲਾ ਕੇ ਪੈਸੇ ਵਾਲੇ ਬੰਦੇ ਆ ਉਹ ਜਿਹੜੇ ਆ ਟਾਈਮ ਟੇਬਲ ਆ ਉਹ ਵੀ ਆਪਣੇ ਹਿਸਾਬ ਨਾਲ ਸੈੱਟ ਕਰਾ ਲੈਂਦੇ ਆ। ਤੇ ਇਹ ਇੱਥੋਂ ਵੀ ਅਸੀਂ ਦੇਖਦੇ ਹਾਂ ਕਿ ਸਵੇਰੇ ਦੇਖੋ ਜੀ ਜਿਹੜੀ ਸਵੇਰੇ ਟ੍ਰੇਨ ਜਾਂਦੀ ਹੈ ਇੱਕ ਅੰਮ੍ਰਿਤਸਰ ਨੂੰ ਦਰੰਤ ਤੋਂ ਚੰਡੀਗੜ੍ਹ ਤੋਂ, ਉਹ ਸਵੇਰੇ ਇੱਥੋਂ ਚੱਲਦੀ ਹੈ ਜੀ ਜਿਹੜਾ 7:30 ਵਜੇ ਤੇ ਉੱਥੇ ਜਾ ਕੇ ਪਹੁੰਚਦੀ ਆ ਉਹ 12 ਵਜੇ ਤੇ ਕਈ ਵਾਰੀ ਲੇਟ ਕਰਨ ਦੇ 12 ਵਜੇ ਤੋਂ ਹੀ ਇੰਨੇ ਘੰਟੇ ਲਾਉਂਦੀ ਹੈ। ਲੇਕਿਨ ਉਹ ਜੋ ਸ਼ਾਮ ਨੂੰ ਆਉਂਦੀ ਹੈ ਤੇ ਬਹੁਤ ਟਾਈਮ ਨਾਲ ਆ ਜਾਂਦੀ ਹੈ, ਕਿਉਂਕਿ ਸ਼ਾਮ ਨੂੰ ਜਿਹੜੀਆਂ ਇਹਨਾਂ ਦੀਆਂ ਪ੍ਰਾਈਵੇਟ ਟਰਾਂਸਪੋਰਟਾਂ ਦੀਆਂ ਬੱਸਾਂ ਨੇ ਉਹ ਸਾਰੀਆਂ ਜਿਹੜੀਆਂ 2 ਵਜੇ ਤੋਂ ਪਹਿਲਾਂ ਅੰਮ੍ਰਿਤਸਰ ਤੋਂ ਆ ਜਾਂਦੀਆਂ ਵੱਡੀਆਂ ਟਰਾਂਸਪੋਰਟਾਂ, ਤੇ ਉਸ ਤੋਂ ਬਾਅਦ ਰੇਲ ਦੀਆਂ ਸਵਾਰੀਆਂ ਰਹਿ ਜਾਂਦੀਆਂ ਉਹ ਲੈ ਕੇ ਆ ਜਾਂਦੇ। ਸਵੇਰੇ ਇਹਨਾਂ ਦੀਆਂ ਬੱਸਾਂ ਚੱਲਣੀਆਂ ਹੁੰਦੀਆਂ, ਇਸ ਕਰਕੇ ਉਹ ਜਿਹੜੀ ਟ੍ਰੇਨ ਹੈ ਉਹ ਇੱਥੋਂ ਨਹੀਂ ਚੱਲੀ। ਇਹੀ ਸਾਰਾ ਕੁਝ ਬਾਕੀ ਦਿੱਲੀ ਜਾਂ ਹੋਰ ਰੂਟਾਂ ਤੇ ਵੀ ਇਸੇ ਤਰ੍ਹਾਂ ਦਾ ਹੈਗਾ ਆ। ਸੋ ਇਹ ਜਿਹੜਾ ਪਬਲਿਕ ਟਰਾਂਸਪੋਰਟ ਨੂੰ ਘਾਟਾ ਪੈ ਰਿਹਾ ਸੀਗਾ ਉਹਦੇ ਨਾਲ ਥੋੜੀ ਰਿਲੀਫ ਮਿਲੇਗੀ। 400 ਕੁਝ ਬੱਸਾਂ ਪਾਈਆਂ ਨੇ ਤੇ ਉਹਦੇ ਨਾਲ ਲੋਕਾਂ ਦੇ ਵਾਸਤੇ, ਕਿਉਂਕਿ ਪਬਲਿਕ ਸੈਕਟਰ ਦੇ ਵਿੱਚ ਟਰਾਂਸਪੋਰਟ ਦਾ ਸੁਧਾਰ ਹੋਣਾ ਆਮ ਬੰਦੇ ਵਾਸਤੇ ਜਿਨ੍ਹਾਂ ਕੋਲ ਪੈਸੇ ਨਹੀਂ ਹੈਗੇ ਆਪਣੀਆਂ ਕਾਰਾਂ ਦੇ ਜਾਂ ਮਹਿੰਗੀਆਂ ਬੱਸਾਂ ਦੇ ਵਿੱਚ ਦੇਣ ਵਾਸਤੇ, ਉਹਨਾਂ ਦਾ ਹਾਲਾਤ ਬਹੁਤ ਮਾੜੇ ਸੀਗੇ। ਟੁੱਟੀਆਂ ਹੋਈਆਂ ਸੀਟਾਂ ਸੀਗੀਆਂ, ਬੱਸਾਂ ਦੇ ਵਿੱਚ ਵੀ ਯਕੀਨ ਨਹੀਂ ਸੀ ਇੱਥੋਂ ਕੋਈ ਚੜ੍ਹੇਗਾ ਤੇ ਉਹ ਟਾਈਮ ਤੇ ਪਹੁੰਚ ਜਾਏਗਾ। ਸੋ ਨਵੀਆਂ ਬੱਸਾਂ ਪਾਈਆਂ, ਲੋਕਾਂ ਪਬਲਿਕ ਸੈਕਟਰ ਦੇ ਵਿੱਚ ਕੋਈ ਪੈਸੇ ਇਨਵੈਸਟ ਕੀਤਾ ਗਿਆ ਆ, ਅਸੀਂ ਇਹਦਾ ਸਵਾਗਤ ਕਰਦੇ ਹਾਂ।
ਤੇ ਹੋਰ ਵੀ ਕਰਦੇ ਆ ਕਿ ਸੈਕਟਰ ਨੂੰ ਆਪਣੇ ਪਹਿਲਾਂ ਵਾਲੇ ਸਥਾਨ ਤੇ ਰੀਸਟੋਰ ਕਰਨਾ ਚਾਹੀਦਾ ਆ। ਜੋ 15-20 ਸਾਲ ਪਹਿਲਾਂ ਜਿਹੜਾ ਪੰਜਾਬ ਰੋਡਵੇਜ਼ ਦਾ ਜੋ ਹਾਲ ਸੀਗਾ ਉਧਰ ਨੂੰ ਗੱਲ ਵਧਣੀ ਚਾਹੀਦੀ ਆ, ਔਰ ਪ੍ਰਾਈਵੇਟ ਲੋਕਾਂ ਦੀ ਜਿਹੜੇ ਮੋਨੋਪੋਲੀ ਆ, ਖਾਸ ਕਰਕੇ ਟਰਾਂਸਪੋਰਟ ਮਾਫੀਏ ਨੂੰ ਇਹਦੀ ਨੱਥ ਪਾਉਣ ਦੀ ਜ਼ਰੂਰਤ ਹੈ। ਜੀ ਖੁਸ਼ਹਾਲ ਸਿੰਘ ਜੀ, ਤੇ ਅਗਲੇ ਮੁੱਦੇ ਵੱਲ ਵਧਦੇ ਹਾਂ ਕਿ ਕਾਂਗਰਸ ਵਾਸਤੇ, ਪੰਜਾਬ ਦੀ ਕਾਂਗਰਸ ਵਾਸਤੇ ਇਸ ਟਾਈਮ ਕ੍ਰੂਸ਼ੀਅਲ ਟਾਈਮ ਚੱਲ ਰਿਹਾ, ਕਿਉਂਕਿ ਕਾਫੀ ਜਿਹੜੇ ਆਗੂ ਨੇ ਭਾਜਪਾ ਵੀ ਸ਼ਾਮਲ ਹੋ ਰਹੇ ਨੇ। ਖਬਰ ਆ ਰਹੀ ਹੈ ਕਿ 3 ਆਗੂ ਜਿਹੜੇ ਕਾਂਗਰਸ ਦੇ ਨੇ ਤੇ ਇੱਕ ਹੋਰ ਸਮੇਤ 4 ਜਿਹੜੇ ਲੋਕ ਨੇ ਉਹ ਭਾਜਪਾ ਵੀ ਸ਼ਾਮਲ ਹੋ ਗਏ ਨੇ। ਬਿਲਕੁਲ ਰੋਹੀ ਜੀ, ਅੱਜ ਕੱਲ ਵੈਸੇ ਇਲੈਕਸ਼ਨਾਂ ਜਦੋਂ ਆਉਂਦੀਆਂ ਨੇ ਹਾਂਜੀ, ਤੇ ਪਾਰਟੀਆਂ ਦੇ ਵਿੱਚੋਂ ਲੀਡਰ ਉੱਧਰ ਜਾਂਦੇ ਆ। ਹਰੇਕ ਬੰਦੇ ਨੇ ਆਪਣਾ ਨਿੱਜ ਹੁੰਦਾ ਆ। ਜਿਵੇਂ ਅਸੀਂ ਕਹੀਏ ਕਿ ਲੋਕ ਸਿਆਸਤ ਦੇ ਵਿੱਚ ਸੇਵਾ ਕਰਨ ਤਾਂ ਆਏ ਨਹੀਂ, ਇਹ ਤੇ ਆਪਣਾ ਨਿੱਜੀ ਜਿਹੜਾ ਹੈਗਾ ਤਰੱਕੀ ਉਹਦੇ ਵਾਸਤੇ ਆਏ ਆ ਜੀ। ਤੇ ਉਹਨਾਂ ਨੂੰ ਲੱਗਦਾ ਕਿ ਇਸ ਪਾਰਟੀ ਦੇ ਵਿੱਚ ਸਾਡੇ ਦਰਵਾਜ਼ੇ ਆ ਜਿਹੜੇ ਉਹ ਬੰਦ ਹੋ ਗਏ ਆ ਜਾਂ ਟਿਕਟ ਨਹੀਂ ਮਿਲ ਰਹੀ, ਤੇ ਉਹਨਾਂ ਨੇ ਫਿਰ ਦੂਸਰੀਆਂ ਪਾਰਟੀਆਂ ਦੇ ਵਿੱਚ ਜਾਣਾ ਹੁੰਦਾ ਆ। ਉਹ ਜਾਂਦੇ ਵੀ ਆ, ਕਾਫੀ ਸਮੇਂ ਤੋਂ ਚੱਲਿਆ ਹੋਇਆ ਆ। ਤੇ ਉਹਦੇ ਵਿੱਚ ਜਿਹੜਾ ਆ ਬੀਜੇਪੀ ਕੋਲ ਸਮੇਂ ਦੀ ਪਾਵਰ ਹੈ ਤੇ ਉਹਦੇ ਕੋਲ ਹੋਰ ਬੜੇ ਮਹਿਕਮੇ ਆ, ਤੇ ਇਹ ਸਿਆਸੀ ਲੋਕਾਂ ਦੀ ਇੱਕ ਕਮਜ਼ੋਰੀ ਹੈ ਰੋਹੀ ਜੀ। ਇਹ ਲੋਕ ਜਿਹੜੇ ਆ 2 ਨੰਬਰ ਦੇ ਨਾਲ ਪੈਸਾ ਕਮਾਉਂਦੇ ਆ ਜੀ। ਜਦੋਂ 2 ਨੰਬਰ ਦਾ ਪੈਸਾ ਕਮਾਉਂਦਾ ਹੈ ਤਾਂ ਜਦੋਂ ਇਹਨਾਂ ਨੂੰ ਇਨਕਮ ਟੈਕਸ ਦੀ ਜਾਂ ਈਡੀ ਦੀ ਕੋਈ ਦਬਕਾ ਮਾਰਦਾ ਆ ਤਾਂ ਇਹਨਾਂ ਦੇ ਸਮਰੱਥਾ ਨਹੀਂ ਕਿ ਉਹਨਾਂ ਦਾ ਮੁਕਾਬਲਾ ਕਰ ਸਕਣ। ਇਹਨਾਂ ਲੋਕਾਂ ਸਾਰਿਆਂ ਨੇ ਪੈਸੇ ਜਿਸ ਤਰੀਕੇ ਨਾਲ ਬਣਾਏ ਹੋਏ ਆ ਨਜਾਇਜ਼ ਧੰਦਿਆਂ ਰਾਹੀਂ, ਤਾਂ ਇਹਨਾਂ ਦੇ ਆਪਣੇ ਡਰ ਕੰਬਦੇ ਆ। ਤਾਂ ਇਹਨਾਂ ਨੂੰ ਇਸ ਟਾਈਮ ਇਹ ਵੀ ਲੱਗਦਾ ਕਿ ਬੀਜੇਪੀ ਦੇ ਵਿੱਚ ਜਾ ਕੇ ਅਗਲੇ 24 ਤੱਕ ਸਰਕਾਰ ਹੈਗੀ ਆ ਮੋਦੀ ਦੀ, 24 ਤੱਕ ਸਾਡਾ ਜਿਹੜਾ ਆ ਅਸੀਂ ਸੇਫ ਹੋ ਗਏ ਆ। ਅੱਗੇ ਫਿਰ ਇਹਨਾਂ ਨੇ ਜੇ ਕੋਈ ਹੋਰ ਕਾਂਗਰਸ ਆ ਗਈ ਫਿਰ ਇਹ ਕਾਂਗਰਸ 'ਚ ਆ ਜਾਣਗੇ। ਕੋਈ ਅੱਜ ਕੱਲ੍ਹ ਪਾਰਟੀਆਂ ਦੇ ਵਿੱਚ ਕੋਈ ਇਸ ਤਰ੍ਹਾਂ ਦਾ ਬੈਰੀਗੇਡ ਤਾਂ ਲੱਗਿਆ ਨਹੀਂ ਹੋਇਆ, ਨਾ ਫਿਲਟਰ ਲੱਗਿਆ ਹੋਇਆ ਕਿ ਫਲਾਣੇ ਬੰਦੇ ਨੂੰ ਨਹੀਂ ਲੈਣਾ। ਜਿਹੜਾ ਬੰਦਾ ਇੱਥੇ ਆ ਜਾਂਦਾ ਆ ਉਹ ਦੇਖੋ, ਜਿਹੜਾ ਕਾਂਗਰਸ ਦੇ ਵਿੱਚ ਇੱਕ ਦੂਜੇ ਪਾਰਟੀ ਕਹਿੰਦੇ ਆ ਕਿ ਉਹ ਪਾਰਟੀ ਦੇ ਬਹੁਤ ਕਿਰਦਾਰ ਮਾੜੇ ਆ, ਤਾਂ ਦਿਨੋਂ ਦਿਨ ਜਦੋਂ ਤੁਹਾਡੇ ਪਾਰਟੀ 'ਚ ਆ ਜਾਂਦੇ ਆ ਤਾਂ ਚੰਗੇ ਕਿਵੇਂ ਹੋ ਜਾਂਦੇ ਆ। ਕਿਹੜੀ ਮਸ਼ੀਨ ਲਾਈ ਹੋਈ ਹੈ, ਜਦੋਂ ਧੋ ਕੇ ਉਦੋਂ ਬਾਅਦ ਸਾਫ਼ ਹੋ ਜਾਂਦੇ ਆ ਉਹ ਜਿਹੜੇ ਕੋਈ ਦੇਖੋ ਇੱਥੇ ਚੰਡੀਗੜ੍ਹ ਦੇ ਵਿੱਚ ਵੀ ਦੇਖੀਏ ਕਿ ਆਮ ਆਦਮੀ ਪਾਰਟੀ 'ਚ ਵੀ ਜਿਹੜੇ ਲੋਕ ਆਏ ਆ ਉਹ ਪਹਿਲਾਂ ਕਾਂਗਰਸ ਦੇ ਵਿੱਚ ਵੀ ਕਾਫੀ ਵੱਡੇ ਲੀਡਰ ਸੀਗੇ, ਉਹ ਇੱਧਰ ਆ ਕੇ ਹੁਣ ਬਣ ਗਏ ਆ। ਤਾਂ ਇਹ ਉਹਦੇ ਉਹਨਾਂ ਕਿੰਨਾ ਕੁ ਉਹਨਾਂ ਦੇ ਅੰਦਰੋਂ ਤਬਦੀਲੀ ਆ ਗਈ ਆ, ਬਦਲ ਗਏ ਆ। ਇਹ ਤਾਂ ਕੋਈ ਐਵੇਂ ਦੀ ਗੱਲ ਨਹੀਂ ਹੈਗੀ। ਵਿਚਾਰਧਾਰਾ ਤੇ ਹੈ ਨਹੀਂ ਪਾਰਟੀ ਦੀ, ਨਿੱਜੀ ਆਪਣੇ ਮਸਲਿਆਂ ਨੂੰ ਲੈ ਕੇ ਇਹ ਪਾਰਟੀਆਂ ਬਦਲਦੇ ਆ। ਸੋ ਉਹਦੇ ਵਿੱਚ ਮੈਨੂੰ ਨਹੀਂ ਲੱਗਦਾ ਕਿ ਇਕੱਲੀ ਕਾਂਗਰਸ ਨੂੰ ਨੁਕਸਾਨ ਹੋਣਾ ਹੈ। ਨੁਕਸਾਨ ਦੂਜੇ ਅਕਾਲੀ ਦਲ ਦੇ ਵੀ ਵੱਡੇ ਜਿਹੜੇ ਲੀਡਰ ਹੈ ਉਹ ਭਾਜਪਾ 'ਚ ਜਾ ਰਹੇ ਹੈ। ਹੁਣ ਗੱਲ ਇੰਨੀ ਕਹਿ ਕਿ ਕਿੱਥੇ ਕਿੰਨੀ ਕੁੰਡੀ ਪੈਂਦੀ ਆ ਉੱਥੇ ਡਿਪੈਂਡ ਕਰਦਾ ਆ। ਤੇ ਕਾਫੀ ਜਿਹੜੇ ਰੋਹੀ ਜੀ ਮੈਂ ਜ਼ਿਕਰ ਕਰਦੇ ਆ ਰਾਜਦੇਵ ਸਿੰਘ ਖਾਲਸਾ, ਜਿਹੜਾ ਬਹੁਤ ਮਿਲੀਟੈਂਸੀ ਨਾਲ ਤੇ ਸੰਤ ਜਰਨੈਲ ਸਿੰਘ ਖਾਸ ਕਰਕੇ ਉਹਨਾਂ ਪਰਿਵਾਰ ਨਾਲ ਸੰਬੰਧ ਰੱਖਦਾ ਸੀਗਾ, ਦਮਦਮੀ ਟਕਸਾਲ ਦਾ ਆਪਣੇ ਆਪ ਨੂੰ ਕਹਿੰਦਾ ਸੀਗਾ। ਤੇ ਉਹ ਪਹਿਲਾਂ ਰਾਸ਼ਟਰੀ ਸਿੱਖ ਸੰਗਤ ਆਇਆ ਸੀ, ਲੋਕਾਂ ਦਾ ਪ੍ਰੈਸ਼ਰ ਬਣ ਗਿਆ, ਵਾਪਸ ਚਲਾ ਗਿਆ। ਉਹ ਕੱਲ ਪਰਸੋਂ ਦੁਆਰਾ ਫਿਰ ਬੀਜੇਪੀ 'ਚ ਸ਼ਾਮਲ ਹੋ ਗਿਆ ਆ। ਸੋ ਇੱਥੇ ਕੋਈ ਇਸ ਤਰ੍ਹਾਂ ਦੇ ਪ੍ਰੋਬਲਮ ਨਹੀਂ ਹੈਗੀ ਇਹਨਾਂ ਨੂੰ ਕਿ ਇਹਨਾਂ ਨੂੰ ਲੋਕ ਮੋਰਲ ਦੇ ਉੱਤੇ ਇਹਨਾਂ ਦਾ ਕੋਈ ਜਿਹੜਾ ਆ ਲੋਕ ਇਹਨਾਂ ਤੋਂ ਕੋਈ ਇਸ ਤਰ੍ਹਾਂ ਦਾ ਨੈਤਿਕ ਜਿਹੜਾ ਹੁੰਦਾ ਆ ਉਹ ਇਹਨਾਂ ਤੋਂ ਕੋਈ ਉਮੀਦ ਕਰਨ ਜੀ। ਜਿਵੇਂ ਜਦੋਂ ਬ੍ਰਹਮਪੁਰਾ ਵੀ ਨਿਕਲੇ ਸੀ ਉਦੋਂ ਲੱਗਦਾ ਨਹੀਂ ਸੀ ਕਿ ਵਾਪਸ ਅਕਾਲੀ ਦਲ 'ਚ ਸ਼ਾਮਲ ਹੋਣਗੇ। ਬਿਲਕੁਲ ਜੀ, ਅਕਾਲ ਤਖਤ ਤੇ ਬੈਠ ਕੇ ਇਹਨਾਂ ਨੇ ਸਹੁੰਆਂ ਖਾਧੀਆਂ ਸੀ ਕਿ ਅਸੀਂ ਦੁਆਰਾ ਬਾਦਲ 'ਚ ਨਹੀਂ ਜਾਵਾਂਗੇ, ਪਰ ਬਾਦਲ 'ਚ ਜਾਣ ਤੋਂ ਬਾਅਦ ਦੇਖਿਆ ਕਿਸੇ ਨਾਲ ਸਲਾਹ ਵੀ ਨਹੀਂ ਕੀਤੀ ਤੇ ਉਹ ਸਾਰਾ ਕੁਝ ਆਪੋ ਆਪਣਾ ਜਿਹੜਾ ਆ ਪੁਰਾਣੇ ਪੱਤਿਆਂ ਤੇ ਬਹਾਲ ਹੋ ਜਾਂਦੇ ਆ। ਉਹ ਸਾਰਾ ਕੁਝ ਚੱਲਦਾ ਹੈ, ਸਾਰੀਆਂ ਪਾਰਟੀਆਂ 'ਚ ਚੱਲਦਾ ਆ। ਇਹਨਾਂ 4 ਪਾਰਟੀਆਂ ਜਿਹੜੀਆਂ ਇਹਨਾਂ ਦੇ ਕੋਈ ਆਈਡੀਓਲੋਜੀ ਦਾ ਮਸਲਾ ਨਹੀਂ ਹੈਗਾ, ਮਸਲਾ ਇੱਕੋ ਹੀ ਹੈ ਕਿ ਕਿਸ ਤਰ੍ਹਾਂ ਤੁਸੀਂ ਪੈਸੇ ਬਣਾਉਣੇ ਆ ਤੇ ਇਹ ਸੱਤਾ ਦਾ ਆਨੰਦ ਕਿਵੇਂ ਭੋਗਣਾ ਆ, ਉਹਨੂੰ ਮੁੱਖ ਰੱਖ ਕੇ ਸਾਰੇ ਫੈਸਲੇ ਹੋ ਰਹੇ ਆ। ਤੇ ਉਹ ਜਿਹੜੇ ਆ ਆਉਣ ਵਾਲੇ ਸਮੇਂ 'ਚ ਲੋਕਾਂ ਦੇ ਸਾਹਮਣੇ ਕਿਸ ਤਰ੍ਹਾਂ ਫੇਸ ਕਰਨਗੇ ਇਹ ਤਾਂ ਸਮਾਂ ਹੀ ਦੱਸੇਗਾ ਜੀ। ਤੇ ਭਾਜਪਾ ਦੀ ਗੱਲ ਹੋ ਰਹੀ ਹੈ ਤੇ ਇਹ ਵੀ ਦੱਸਿਆ ਜਾ ਰਿਹਾ ਕਿ ਮਨਜਿੰਦਰ ਸਿਰਸਾ ਨੂੰ ਵੀ ਭਾਜਪਾ ਵਿੱਚ ਸ਼ਾਮਲ ਹੋਣ ਤੇ ਜ਼ੈਡ ਸਿਕਿਉਰਿਟੀ ਮਿਲੀ ਸੀ ਸਰ। ਹਾਂਜੀ, ਰਾਣਾ ਸੋਢੀ ਨੂੰ ਵੀ ਮਿਲੀ ਆ ਕੱਲ। ਤੇ ਪਰ ਇਹਨਾਂ ਨੂੰ ਖਤਰਾ ਤਾਂ ਭਾਜਪਾ ਤੋਂ ਹੀ ਸੀ, ਜਿਵੇਂ ਬਾਦਲ ਨੂੰ ਕਹਿ ਰਹੇ ਸੀਗੇ, ਜਿਹੜਾ ਇਹਨਾਂ ਨੇ ਪੂਰਾ ਆਪਣਾ ਪ੍ਰੂਫ ਦਿੱਤੇ ਨੇ ਕਿ ਦੇਖੋ ਮੈਨੂੰ ਨੂੰ ਖਤਰਾ ਹੈ ਪਰ ਮੈਨੂੰ ਸ਼ਾਮਲ ਹੋਣਾ ਹੀ ਪਏਗਾ ਇਸ ਪਾਰਟੀ 'ਚ, ਤੇ ਜ਼ੈਡ ਸਿਕਿਉਰਿਟੀ ਵੀ ਇਹੀ ਪਾਰਟੀ ਦੇ ਰਹੀ ਹੈ ਇਹਨਾਂ ਨੂੰ। ਗੱਲ ਇਦਾਂ ਹੈ ਰੋਹਿਤ ਜੀ, ਜਦੋਂ ਇਹਨਾਂ ਕੋਲ ਕੋਈ ਵੱਡਾ ਅਹੁਦਾ ਨਹੀਂ ਹੁੰਦਾ ਉਸ ਟਾਈਮ ਵੀ ਇਹਨਾਂ ਨੂੰ ਸਿਕਿਉਰਿਟੀ ਦੀ ਲੋੜ ਨਹੀਂ ਹੁੰਦੀ। ਜਦੋਂ ਇਹਨਾਂ ਕੋਲ ਸੱਤਾ ਚਲੀ ਜਾਂਦੀ ਹੈ ਉਦੋਂ ਵੀ ਸਿਕਿਉਰਿਟੀ ਦੀ ਲੋੜ ਨਹੀਂ ਹੁੰਦੀ। ਫਿਰ ਇਹਨਾਂ ਨੂੰ ਖਤਰਾ ਕਿਹਦੇ ਤੋਂ ਹੈ? ਲੋਕਾਂ ਤੋਂ ਹੈ ਖਤਰਾ, ਕਿਉਂਕਿ ਜਿਨ੍ਹਾਂ ਬੰਦਿਆਂ ਨੇ ਕੁਛ ਕਰਨਾ ਹੈ ਜੋ ਉਹਨਾਂ ਨੂੰ ਤਾਂ ਇਹਨਾਂ ਦੀਆਂ ਸਾਰੀਆਂ ਜਿਹੜੀਆਂ ਟੱਪ ਜਾਂਦੇ ਆ, ਕ੍ਰਾਸ ਕਰ ਜਾਂਦੀਆਂ ਲਿਮਟ ਜਿੰਨੀਆਂ ਸੀਮਾਵਾਂ ਨੇ।
ਤੇ ਅਜੇ ਤੱਕ ਸਾਡੀਆਂ ਸਿਕਿਉਰਟੀਆਂ ਉਹਨਾਂ ਦੇ ਨਾਲ ਨਹੀਂ ਕੋਈ ਨਜਿੱਠਣ ਵਿੱਚ ਬਹੁਤੀਆਂ ਕਾਮਯਾਬ ਨਹੀਂ ਹੋ ਸਾਡੀਆਂ ਕਿ ਇੰਟਰਨੈਸ਼ਨਲ ਤੌਰ ਤੇ ਹੀ ਉਹਨਾਂ ਦਾ ਤਾਂ ਉਸ ਤਰ੍ਹਾਂ ਦਾ ਹੀ ਹਿਸਾਬ ਕਿਤਾਬ। ਸੋ ਇਹ ਸਿਰਫ ਜਿਹੜੀ ਸੁਰੱਖਿਆ ਹੈਗੀ ਆ ਇਹ ਸਮਾਜਿਕ ਸਿੰਬਲ ਬਣ ਚੁੱਕਿਆ ਆ। ਉਹ ਸਮਾਜ ਦੇ ਵਿੱਚ ਦੂਜਿਆਂ ਨੂੰ ਡਰਾਉਣ ਵਾਸਤੇ ਤਾਂ ਦੂਜਿਆਂ ਦੇ ਉੱਤੇ ਰੋਹ ਬਣਾਉਣ ਵਾਸਤੇ ਜਿਹੜਾ ਆ ਇਹ ਸਿਕਿਉਰਿਟੀ ਦਾ ਇਸਤੇਮਾਲ ਹੋ ਰਿਹਾ ਆ। ਇਹ ਸਾਨੂੰ ਸਮਝਣਾ ਚਾਹੀਦਾ ਕਿ ਜਿਹੜੀ ਸਿਕਿਉਰਿਟੀ ਤੇ ਪੈਸੇ ਲੱਗ ਰਹੇ ਆ ਇਹ ਸਾਡੀਆਂ ਜੇਬਾਂ ਤੋਂ ਲੱਗ ਰਹੇ ਆ। ਆਮ ਗਰੀਬ ਲੋਕਾਂ ਦੀਆਂ ਜੇਬਾਂ ਦੇ ਉੱਤੇ ਇਹਦਾ ਅਸਰ ਪੈ ਰਿਹਾ ਹੈ। ਸਿਕਿਉਰਿਟੀ ਹੈ ਇਹਨਾਂ ਨੂੰ ਮਿਲ ਰਹੀਆਂ ਨੇ ਤੇ ਉਹਨਾਂ ਦੇ ਖਰਚੇ ਆ ਜਿਹੜੇ ਉਹ ਸਾਨੂੰ ਆਮ ਲੋਕਾਂ ਨੂੰ ਭੁਗਤਣੇ ਪੈਂਦੇ ਆ। ਤੇ ਇਹ ਜਿਹੜਾ ਆ ਕਿਸੇ ਵੀ ਹੋਰ ਦੇਸ਼ ਦੇ ਵਿੱਚ ਇਸ ਤਰ੍ਹਾਂ ਦਾ ਨਹੀਂ ਹੈ ਜਿਸ ਤਰ੍ਹਾਂ ਦਾ ਸਾਡੇ ਦੇਸ਼ ਦੇ ਵਿੱਚ ਇਹ ਬਣਾ ਦਿੱਤਾ ਗਿਆ ਆ। ਇਹ ਸਾਡੇ ਸੇਵਾਦਾਰ ਹੈ, ਲੀਡਰ ਹੈ। ਇਹ ਕੋਈ ਇਸ ਤਰ੍ਹਾਂ ਦੇ ਅਧਿਕਾਰੀ ਨਹੀਂ ਹੈ ਸਾਡੇ ਦੇ ਉੱਤੇ, ਹਾਕਮ ਨਹੀਂ ਹੈਗੇ ਸਾਡੇ, ਪਰ ਇਸ ਤਰ੍ਹਾਂ ਟਰੀਟ ਕੀਤਾ ਜਾਂਦਾ ਜਿਵੇਂ ਸਾਡੇ ਹਾਕਮ ਹੁੰਦੇ ਆ। ਇਹ ਹਾਕਮ ਨਹੀਂ ਹੈਗੇ। ਅਸੀਂ ਆਪਣੇ ਟੈਕਸਾਂ ਤੋਂ ਜਿਹੜਾ ਪੈਸਾ ਇਹਨਾਂ ਨੂੰ ਇਕੱਠਾ ਕਰਕੇ ਦਿੰਦੇ ਆ ਉਹਦਾ ਇਹ ਕੰਟਰੋਲ ਕਰਦੇ ਆ ਤੇ ਉਹਦਾ ਇਹ ਮਿਸਯੂਜ਼ ਕਰ ਰਹੇ ਅੱਜ ਕੱਲ੍ਹ। ਜਿੰਨੇ ਵੀ ਬੰਦੇ ਜੈਡ ਸਿਕਿਉਰਿਟੀ ਲੈ ਰਹੇ ਆ ਜਿਨ੍ਹਾਂ ਨੂੰ ਐਕਚੁਅਲੀ ਜੈਡ ਸਿਕਿਉਰਿਟੀ ਦੀ ਲੋੜ ਨਹੀਂ ਹੈਗੀ, ਉਹਦਾ ਬੋਝ ਹੈ ਜਿਹੜਾ ਆਮ ਲੋਕਾਂ ਤੇ ਪੈਂਦਾ ਆ, ਆਮ ਕਿਰਤੀ ਲੋਕਾਂ ਤੇ ਪੈਂਦਾ ਜਿਹੜੇ ਮਿਹਨਤ ਨਾਲ ਦੋ ਰੋਟੀ ਕਮਾਉਂਦੇ ਆ। ਜੀ ਖੁਸ਼ਹਾਲ ਸਿੰਘ ਜੀ, ਤੇ ਅਗਲੇ ਮੁੱਦੇ ਵੱਲ ਵਧਦੇ ਆ ਕਿ ਜੋ ਕਰੋਨਾ ਦਾ ਨਵਾਂ ਵੇਰੀਐਂਟ ਹੈ ਓਮਿਕਰੋਨ, ਉਹਦਾ ਖਤਰਾ ਵੀ ਹੁਣ ਦੇਸ਼ ਵਿੱਚ ਕਾਫੀ ਵੱਧਦਾ ਜਾ ਰਿਹਾ ਹੈ। ਜੋ ਇਹਨਾਂ ਦੀ ਜੋ ਕੇਸਿਸ ਨੇ 900 ਤੋਂ ਪਾਰ ਹੋ ਚੁੱਕੇ ਨੇ ਇਸ ਟਾਈਮ ਤੇ। ਬਿਲਕੁਲ ਜੀ ਰੋਹਿਤ ਜੀ, ਇਹ ਜਿਹੜਾ ਆ ਇਹ ਤਾਂ ਹੁਣ ਜਿਹੜਾ ਆ ਮਾਹਰ ਨੇ ਦੱਸਣਾ ਹੈਗਾ ਆ ਕਿ ਇਹ ਜਿਹੜੀ ਬਿਮਾਰੀ ਆਈ ਕਿੰਨੀ ਭਿਆਨਕ ਹੈ, ਪਹਿਲੀਆਂ ਬਿਮਾਰੀਆਂ ਨਾਲੋਂ ਕੀ ਫਰਕ ਹੈਗਾ ਆ। ਪਰੰਤੂ ਅਸੀਂ ਕਿ ਸਾਡੇ ਗੁਆਂਢੀ ਸਟੇਟਾਂ ਨੇ ਰਾਤ ਦਾ ਕਰਫਿਊ ਲਾ ਦਿੱਤਾ ਆ, ਕਾਫੀ ਪਾਬੰਦੀਆਂ ਦਿੱਲੀ ਦੇ ਵਿੱਚ ਲੱਗ ਚੁੱਕੀਆਂ ਤੇ ਇਹਨਾਂ ਦਾ ਹੁਣੇ ਜਿਹੜਾ ਖਤਰਾ ਸਿਆਸੀ ਪਾਰਟੀਆਂ ਨੂੰ ਇਹ ਹੈ ਕਿ ਕਿਤੇ ਇਹ ਬਹਾਨਾ ਬਣਾ ਕੇ ਸਾਡੀਆਂ ਇਲੈਕਸ਼ਨਾਂ ਜਿਹੜੀਆਂ ਹੋਣੀਆਂ ਉਹ ਨਾ ਕੈਂਸਲ ਹੋ ਜਾਣ। ਇਸੇ ਕਰਕੇ ਚੰਨੀ ਸਾਹਿਬ ਨੇ ਕੱਲ ਇਲਜ਼ਾਮ ਵੀ ਲਾਏ ਹੈ ਭਾਜਪਾ ਤੇ ਆਮ ਆਦਮੀ ਪਾਰਟੀ ਤੇ ਵੀ ਇਹ ਆਧਾਰ ਬਣਾ ਕੇ ਪੰਜਾਬ ਦੇ ਵਿੱਚ ਜਿਹੜਾ ਉਹ ਚੋਣਾਂ ਜਿਹੜਾ ਮੁਲਤਵੀ ਕਰਨਾ ਚਾਹੁੰਦੀਆਂ। ਪਰੰਤੂ ਇਹ ਬਿਮਾਰੀ ਆਪਣੀ ਥਾਂ ਤੇ ਹੈ, ਪਰਹੇਜ਼ ਕਰਨਾ ਚਾਹੀਦਾ ਆ। ਖਾਸ ਕਰਕੇ ਜਿੰਨੇ ਵੀ ਕੇਸ ਆਏ ਆ ਇਹਨਾਂ ਦਾ ਜ਼ਿਆਦਿਆਂ ਦਾ ਪਿਛੋਕੜ ਉਹ ਬਾਹਰਲੀ ਜਿਹੜੀ ਯਾਤਰਾ ਦੇ ਨਾਲ ਆ, ਬਾਹਰਲੇ ਦੇਸ਼ਾਂ ਦੇ ਨਾਲ ਹੈ, ਉਹ ਤੋਂ ਆਉਂਦੇ ਆ। ਜਿਹੜੇ ਸਾਡੇ ਪੰਜਾਬ ਦੇ ਵਿੱਚ ਵੀ ਕੇਸ ਆਇਆ ਇੱਕ ਅੱਧਾ ਉਹ ਬਾਹਰੋਂ ਹੀ ਆਇਆ ਆ। ਤੇ ਸਭ ਤੋਂ ਜ਼ਿਆਦਾ ਕੇਸ ਜਿਹੜੇ ਮਹਾਰਾਸ਼ਟਰ 'ਚ ਦੱਸੇ ਜਾਂਦੇ ਆ ਤੇ ਉਹਦੇ ਜਿਹੜੇ ਆ ਬਾਕੀ ਸਟੇਟਾਂ ਦੇ ਵਿੱਚ, ਪੰਜਾਬ ਦੇ ਵਿੱਚ ਹੁਣੇ ਹੀ ਕੇਸ ਆਇਆ, ਤਾਜ਼ੇ ਆਏ ਆ। ਸੋ ਇੱਥੇ ਵੀ ਸਰਕਾਰ ਨੂੰ ਅਲਰਟ ਤਾਂ ਰਹਿਣਾ ਹੀ ਪਏਗਾ। ਪਰੰਤੂ ਸਾਡਾ ਜਿਹੜਾ ਸਾਰਾ ਕੁਝ ਰੱਬ ਦੇ ਆਸਰੇ ਚੱਲਦਾ ਆ। ਸਾਡੀਆਂ ਜਿੰਨੀਆਂ ਕੁ ਸਿਹਤ ਸੇਵਾਵਾਂ ਨੇ ਉਹ ਤਾਂ ਆਮ ਬਿਮਾਰੀਆਂ ਵਾਸਤੇ ਵੀ ਲੜਨ ਦੇ ਸਮਰੱਥ ਨਹੀਂ ਹੈਗੀਆਂ। ਅਸੀਂ ਦੇਖਿਆ ਕਿ ਜਿਹੜੇ ਸਾਡੇ ਸਰਕਾਰੀ ਹਸਪਤਾਲ ਸੰਗਤ ਲਾਈਵ ਤੁਹਾਡਾ ਸਵਾਗਤ ਹੈ। ਆਪਣਾ ਨਾਮ ਦੱਸੋ। ਸਤਿ ਸ੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅੱਜ ਮੁੱਦਾ ਕਦਾ ਰੱਖਿਆ ਜੀ? ਜੀ ਅੱਜ ਮੁੱਦਾ ਮੈਂ ਕਿਹੜੇ ਵਿਸ਼ੇ ਤੇ ਰੱਖਿਆ ਜੀ? ਸਰ ਮੁੱਦੇ ਤਾਂ ਕਾਫੀ ਨੇ, ਪੂਰੇ ਨੈਸ਼ਨਲ ਵੀ ਨੇ, ਪੰਜਾਬ ਵੀ ਨੇ। ਹਾਂ ਜੀ ਮਜੀਠੀਆ ਦਾ ਕੀ ਬਣਿਆ ਅੱਜ? ਸਰ ਮਜੀਠੀਆ ਦੀ ਜੋ ਅਗਾਊਂ ਜ਼ਮਾਨਤ ਹੈ ਉਹ ਕੀ ਸੁਣਵਾਈ ਉਹ 5 ਜਨਵਰੀ ਨੂੰ ਹੋਏਗੀ। 5 ਦਿਨਾਂ ਦੀ? 5 ਜਨਵਰੀ ਨੂੰ ਹੋਏਗੀ ਸਰ। ਹਾਂ ਜੀ। ਹਾਂਜੀ ਆਪਣਾ ਨਾਮ ਦੱਸੋ। ਚਲੋ ਠੀਕ ਹੈ ਫਿਰ। ਅਸੀਂ ਆਪਣੇ ਦਰਸ਼ਕਾਂ ਨੂੰ ਦੱਸਣਾ ਚਾਹੁੰਦੇ ਹਾਂ ਕਿ ਇਸ ਵੇਲੇ ਤੁਸੀਂ ਸਾਡਾ ਲਾਈਵ ਪ੍ਰੋਗਰਾਮ ਵੇਖ ਰਹੇ ਹੋ ਗੁੱਡ ਮਾਰਨਿੰਗ ਸੰਗਤ, ਤੇ ਸਾਡੇ ਨਾਲ ਨੇ ਖੁਸ਼ਹਾਲ ਸਿੰਘ ਜੀ। ਤੇ ਪ੍ਰੋਗਰਾਮ ਵਿੱਚ ਬ੍ਰੇਕ ਲੈਣ ਤੋਂ ਪਹਿਲਾਂ ਅਸੀਂ ਗੱਲ ਕਰ ਰਹੇ ਸੀ ਓਮਿਕਰੋਨ ਦੇ ਵਧਦੇ ਹੋਏ ਕੇਸਾਂ ਬਾਰੇ। ਜੀ ਹਾਂਜੀ, ਤਾਂ ਉਹ ਜਿਸ ਤਰੀਕੇ ਨਾਲ ਪੰਜਾਬ ਦੇ ਵਿੱਚ ਵੀ ਹੁਣ ਜਿਹੜਾ ਆ ਉਹਦਾ ਖਤਰਾ, ਕਿਉਂਕਿ ਕੇਸ ਆ ਗਏ ਆ ਤੇ ਹੁਣ ਇਹਦੇ ਬੰਦੋਬਸਤ ਕਰਨੇ ਪੈਣੇ ਆ। ਪਰੰਤੂ ਅਸੀਂ ਗੱਲ ਕਰ ਰਹੇ ਸਾਡੀਆਂ ਸਿਹਤ ਸੇਵਾਵਾਂ ਦੀ। ਸਿਹਤ ਸੇਵਾਵਾਂ ਜਿਹੜੀਆਂ ਪੰਜਾਬ ਦੇ ਵਿੱਚ ਘੱਟੋ ਘੱਟ ਪਿਛਲੇ 20 ਸਾਲਾਂ ਦੇ ਉੱਤੋਂ ਬਹੁਤ ਮਾੜਾ ਹਾਲ ਹੋ ਚੁੱਕਿਆ ਆ। ਹੁਣ ਸਰਕਾਰੀ ਹਸਪਤਾਲਾਂ ਦੇ ਵਿੱਚ ਲੋਕਾਂ ਦੇ ਜਿਹੜੇ ਆ ਇਲਾਜ ਕਰਨ ਦੇ ਸਮਰੱਥ ਨਹੀਂ ਰਹੇ ਤੇ ਵੱਡੇ ਵੱਡੇ ਹਸਪੀਟਲ ਵੱਡੀਆਂ ਪ੍ਰਾਈਵੇਟ ਕੰਪਨੀਆਂ ਨੂੰ ਬਣਾ ਕੇ ਦਿੱਤੇ ਗਏ ਆ ਤੇ ਉਹਨਾਂ ਨੂੰ ਲੋਕਾਂ ਦੀ ਜਿਹੜੀ ਜ਼ਮੀਨ ਹੈ ਉਹ ਜਿਹੜੀ ਕੌਡੀਆਂ ਦੇ ਭਾਅ ਦੇ ਕੇ ਜਿਹੜਾ ਆ ਉਹ ਸਾਰੀਆਂ ਸਰਕਾਰਾਂ ਨੇ ਆਪੋ ਆਪਣੇ ਜਿਹੜੇ ਸਮੇਂ ਜਿਹੜੇ ਇਸ ਤਰ੍ਹਾਂ ਦੇ ਫੈਸਲੇ ਲਏ ਆ। ਤੇ ਇਸ ਤਰ੍ਹਾਂ ਜਦੋਂ ਵਿਪਤਾ ਹੁੰਦੀ ਆ ਉਹਨਾਂ ਵਿਪਤਾ ਦੇ ਵਿੱਚ ਇਹ ਜਿਹੜੀਆਂ ਪ੍ਰਾਈਵੇਟ ਪਾਰਟੀਆਂ ਨੇ ਇਹ ਸਾਥ ਛੱਡ ਜਾਂਦੀਆਂ। ਆਮ ਲੋਕਾਂ ਵਾਸਤੇ ਉੱਥੇ ਕੋਈ ਥਾਂ ਨਹੀਂ ਹੁੰਦੀ ਪ੍ਰਾਈਵੇਟ ਹਸਪਤਾਲਾਂ ਦੇ ਵਿੱਚ। ਤੇ ਇਹ ਬਿਮਾਰੀ ਦੇ ਟਾਕਰੇ ਲਈ
ਸਾਡਾ ਸਿਸਟਮ ਕਿੰਨਾ ਕੁ ਅਸੀਂ ਦੇਖਦੇ ਹਾਂ ਰੂਹੀ ਜੀ, ਹਰ ਰੋਜ਼ ਜਿਹੜੇ ਕਰੋਨਾ ਵਾਲੇ ਪਿੱਛੇ ਬੰਦੇ ਲੱਗੇ ਸੀਗੇ, ਹਾਂਜੀ ਉਹ ਤਨਖਾਹਾਂ ਵਾਸਤੇ ਨਰਸਾਂ ਪੱਕੀਆਂ ਨਹੀਂ ਕੀਤੀਆਂ ਜਾ ਰਹੀਆਂ, ਤਨਖਾਹਾਂ ਨਹੀਂ ਦਿੱਤੀਆਂ ਜਾ ਰਹੀਆਂ, ਉਹ ਸਾਰਾ ਕੁਝ ਜਲੂਸ ਸਾਡੇ ਸਾਹਮਣੇ ਰੋਜ਼ ਨਿਕਲਦਾ ਆ। ਵਰਕਰ ਜਿਹੜੇ ਪੁਲਿਸ ਨੇ ਵਰਕਰ ਲਾਏ ਸੀ ਲੋਕਾਂ ਦੇ ਨਾਲ, ਉਹ ਉਹਨਾਂ ਦਾ ਵੀ ਮਾੜਾ ਹਾਲ ਹੈ, ਹਾਂਜੀ। ਉਹਨਾਂ ਨੂੰ ਵੀ ਹਾਲੇ ਤੱਕ ਕੁਝ ਨਹੀਂ ਮਿਲਿਆ। ਜੀ, ਸੋ ਤੇ ਇਹ- ਤੁਹਾਨੂੰ ਇੱਦਾਂ ਦੱਸਦਾ ਕਿ ਪੰਜਾਬ ਸਰਕਾਰ ਨੇ ਐਲਾਨ ਕੀਤਾ ਕਿ ਜੋ ਆਂਗਨਵਾੜੀ ਵਰਕਰ ਨੇ ਉਹਨਾਂ ਨੂੰ 2500 ਰੁਪਏ ਭੱਤਾ ਦਿੱਤਾ ਜਾਏਗਾ ਪਰ ਮਹੀਨਾ, ਤੇ ਜਿਹੜੇ ਮਿਡ ਡੇ ਮੀਲ ਵਰਕਰ ਨੇ ਉਹਨਾਂ ਨੂੰ 2200 ਦੀ ਜਗ੍ਹਾ 3000 ਰੁਪਏ ਦਿੱਤਾ ਜਾਊਗਾ। ਰੋਹਿਤ ਜੀ, ਇਹ ਮੰਗ ਬਹੁਤ ਪੁਰਾਣੀ ਸੀ, ਲੇਕਿਨ ਤੁਸੀਂ ਹਿਸਾਬ ਲਾਓ ਕਿ ਅੱਜ ਦੇ ਦੌਰ ਦੇ ਵਿੱਚ 2500 ਜਾਂ 3000 ਰੁਪਏ ਦੇ ਵਿੱਚ ਕੁਝ ਆਪਣਾ ਸਰਵਾਈਵ ਕਿਵੇਂ ਕਰਨਗੇ ਲੋਕ? ਜਦੋਂ ਤੁਸੀਂ ਘੱਟੋ ਘੱਟ ਜਿਹੜੇ ਡੀਸੀ ਰੇਟ ਨੇ, ਜਿਹੜੇ ਬੰਦੇ ਤੁਸੀਂ ਲਾਏ ਆ ਮਿਡ ਡੇ ਵਰਕਰ ਨੇ ਜਾਂ ਇਹ ਤੁਹਾਡੇ ਹੈਗੇ ਆ, ਇਹ ਸਾਰੇ ਸਕਿੱਲ ਵਰਕਰ ਚ ਆਉਂਦੇ ਆ, ਤੇ ਇਹਨਾਂ ਨੂੰ ਤੁਸੀਂ ਅਨਸਕਿੱਲ ਵਾਏ ਜਿਹੜੇ ਡੀਸੀ ਰੇਟ ਆ ਉਹਨਾਂ ਦੇ ਤਹਿਤ ਵੀ ਪੈਸੇ ਨਹੀਂ ਦੇ ਰਹੇ। ਤੇ ਇਦੋਂ ਵੱਡਾ ਹੋਰ ਕੀ ਮੈਂ ਕਹਿੰਦਾ, ਇਹ ਤੇ ਮਨੁੱਖੀ ਅਧਿਕਾਰਾਂ ਦੀ ਵੀ ਉਲੰਘਣਾ ਹੈਗੀ ਹੈ। ਜਿਹੜਾ ਮਨੁੱਖ ਦਾ ਕਿਰਤ ਦਾ ਅਧਿਕਾਰ ਹੈ, ਮਨਰੇਗਾ ਦੇ ਵਿੱਚ ਜੋ ਪੈਸੇ ਦੇ ਰਹੇ ਹੋ, ਘੱਟੋ ਘੱਟ ਉਹਨੇ ਪੈਸੇ ਤਾਂ ਇਹਨਾਂ ਦਾ ਹੱਕ ਬਣਦਾ ਦੇਣੇ ਚਾਹੀਦੇ ਆ। ਸੋ ਇਹ ਲਗਾਤਾਰ ਸਰਕਾਰਾਂ ਪਤਾ ਨਹੀਂ ਕੋਈ ਕਿਸ ਤਰ੍ਹਾਂ ਕਰ ਰਹੇ ਹੈ, ਇਹ ਗਰੀਬ ਲੋਕਾਂ ਨੂੰ ਹੋਰ ਜਿਹੜਾ ਮਾਰ ਰਹੀਆਂ ਹੈ। ਤੇ ਜਿਹੜੇ ਬੰਦੇ ਪਹਿਲਾਂ ਹੀ ਰੱਜੇ ਹੋਏ ਆ, ਪਹਿਲਾਂ ਜਿਹੜੇ ਪੈਨਸ਼ਨਾਂ ਲੈਂਦੇ 5-5 ਲੱਖ, ਉਹਨਾਂ ਦਾ ਵਾਧਾ ਕਰ ਦਿੰਦੇ ਆ 2-2 ਲੱਖ 1.5 ਲੱਖ, ਉਹਨਾਂ 'ਚ ਵਾਧਾ ਹੋ ਜਾਂਦਾ ਆ। ਪਰੰਤੂ ਜਿਹੜੇ ਆਮ ਲੋਕ ਹੈ, ਵਰਕਰ ਹੈ, ਕਿਸ ਤਰ੍ਹਾਂ ਰੂਹੀ ਜੀ ਗੁਜ਼ਾਰਾ 2200 ਰੁਪਏ ਦੇ ਵਿੱਚ ਕਿਸ ਤਰ੍ਹਾਂ ਗੁਜ਼ਾਰਾ ਹੁੰਦਾ ਹੋਏਗਾ? ਉਹਨਾਂ ਪਰਿਵਾਰ ਚਲਾਉਣਾ ਹੈਗਾ ਆਪਣਾ। ਸੋ ਇਹ ਵੱਡਾ ਮਜ਼ਾਕ ਕੋਈ ਨਹੀਂ ਹੋ ਸਕਦਾ। ਇਸੇ ਕਰਕੇ ਲੋਕ ਸਾਡੇ ਆ ਜਿਹੜੇ ਉਹ ਪੰਜਾਬ ਵਿੱਚ ਰਹਿਣਾ ਨਹੀਂ ਚਾਹੁੰਦੇ, ਕਿਉਂਕਿ ਸਰਕਾਰਾਂ ਬੰਦੇ ਨਾਲ ਇੰਨਾ ਮਜ਼ਾਕ ਕਰਦੀਆਂ ਕਿ ਉਹ ਆਮ ਬੰਦੇ ਗੱਲ ਕਿਤੇ ਆ ਵੀ ਲੱਗਦੀ ਕਿ ਘੱਟ ਪੈਸੇ ਇਸ ਲਈ ਦਿੰਦੇ ਤਾਂ ਕਿ ਲੋਕਾਂ ਨੂੰ ਬਾਅਦ ਚ ਚੁਣਾਵਾਂ ਦੇ ਟਾਈਮ ਤੇ ਲੁਭਾਇਆ ਜਾਵੇ ਕਿ ਅਸੀਂ ਤੁਹਾਨੂੰ ਵੱਧ ਪੈਸੇ ਦੇਵਾਂਗੇ, ਅਸੀਂ ਤੁਹਾਨੂੰ ਆਹ ਕਰ ਦਾਂਗੇ। ਬਿਲਕੁਲ ਜੀ, ਉਹ ਲੋਕਾਂ ਨੂੰ ਜਿਹੜਾ ਭੀਖ ਦੀ ਆਦਤ ਤੇ ਪਾਉਣਾ ਹੈ, ਚਾਟ ਤੇ ਲਾਉਣਾ ਲੋਕਾਂ ਨੂੰ। ਇਸ ਕਰਕੇ ਜਿਹੜਾ ਆ ਪੰਜਾਬ ਦੇ ਵਿੱਚ ਜਿਹੜਾ ਰੋਜ਼ਗਾਰ ਹੈ ਉਹ ਇੱਕ ਬਹੁਤ, ਇਹ ਤਾਂ ਦੇਖੋ ਹੋਰ ਕੀ ਇਦੋਂ ਵੱਡਾ ਕੀ ਮਜ਼ਾਕ ਹੋ ਸਕਦਾ ਜੀ? ਤੁਸੀਂ ਸਕਿੱਲ ਵਰਕਰ ਜਿਹੜਾ ਘੱਟੋ ਘੱਟ ਤੁਹਾਡੇ ਕੋਲ ਆਉਂਦਾ ਹੈ। ਇੱਕ ਹੋਰ ਕਾਲਰ ਨੇ ਸੰਗਤ ਲਾਈਵ ਤੁਹਾਡਾ ਸਵਾਗਤ ਹੈ, ਆਪਣਾ ਨਾਮ ਦੱਸੋ। ਬੀਬਾ ਗਰੋਵਰ ਜੀ, ਤੁਹਾਨੂੰ ਤੇ ਡਾਕਟਰ ਖੁਸ਼ਹਾਲ ਸਿੰਘ ਹੋਰਾਂ ਨੂੰ, ਤੁਹਾਡੇ ਸਟਾਫ ਨੂੰ, ਤੁਹਾਡੇ ਦਰਸ਼ਕਾਂ ਨੂੰ ਗੁਰਦੇਵ ਸਿੰਘ ਭੋਗਲ ਵੱਲੋਂ ਆਦਾਬ, ਨਮਸਕਾਰ, ਸਤਿ ਸ੍ਰੀ ਅਕਾਲ ਤੇ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਡਾਕਟਰ ਸਾਹਿਬ ਕਿਵੇਂ, ਠੀਕ ਠਾਕ ਹੋ? ਹਾਂ, ਚੜ੍ਹਦੀ ਕਲਾ ਜੀ, ਤੁਸੀਂ ਸੁਣਾਓ। ਚੜ੍ਹਦੀ ਕਲਾ ਚਾਹੀਦੀ ਆ ਬੀਬਾ। ਦੱਸੋ ਜੀ। ਹਾਂ ਬਿਲਕੁਲ ਠੀਕ ਆ, ਤੁਹਾਡਾ ਪ੍ਰੋਗਰਾਮ 8 ਵਜੇ ਤੋਂ ਉੱਠ ਕੇ ਬੈਠੇ ਆ ਜੀ, ਸੁਣੀਦਾ ਆ ਜੀ। ਤੇ ਬਾਕੀ ਕਈ ਵੀਰ ਏਦਾਂ ਮੁੱਦਿਆਂ ਦੀ ਗੱਲ ਕਰਦੇ ਆ ਬੀਬਾ ਗਰੋਵਰ ਜੀ, ਉੱਥੇ ਤੇ ਮੁੱਦਿਆਂ ਤੋਂ ਸਿਵਾਏ ਹੋਰ ਕੁਝ ਹੈ ਹੀ ਨਹੀਂ। ਸਹੀ ਗੱਲ ਹੈ। ਡਾਕਟਰ ਸਾਹਿਬ ਨੇ ਅੱਧਾ ਘੰਟਾ ਜਿਹੜੀਆਂ ਪਹਿਲਾਂ ਗੱਲਾਂ ਕੀਤੀਆਂ ਉਹਦੇ ਜਿਹੜਾ ਨਿਚੋੜ ਕੱਢਿਆ ਫਿਰ ਬ੍ਰੇਕ ਤੋਂ ਪਹਿਲਾਂ, ਉਹ ਬਿਲਕੁਲ ਠੀਕ ਸੀ। ਇੱਥੇ ਤਾਂ ਘਰ ਇੱਕ ਮੁੱਦਾ ਬਣਿਆ ਪਿਆ ਸਰ ਹੁਣ। ਮੈਂ ਕਹਿੰਦਾ ਜੀ ਮੁੱਦੇ, ਮੈਂ ਕਹਿੰਦਾ ਹੈ ਹੀ ਮੁੱਦੇ, ਹੋਰ ਕੁਝ ਹੈ ਹੀ ਨਹੀਂ, ਹੈਗਾ ਨਾ ਜੀ। ਤੇ ਦੇਖੋ ਕੋਈ ਕਹਿੰਦਾ ਤੱਕੜੀ ਉਹ ਗੁਰੂ ਨਾਨਕ ਦੀ ਤੱਕੜੀ ਆ, ਕੋਈ ਕਹਿੰਦਾ ਇਹ ਪੰਜਾ ਗੁਰੂ ਨਾਨਕ ਦਾ, ਕੋਈ ਝਾੜੂ ਲੈ ਲੈਂਦਾ। ਇਹਨਾਂ ਨੇ ਪੁੱਛਿਆ ਵੀ ਗੁਰੂ ਨਾਨਕ ਪਾਤਸ਼ਾਹ ਨੇ ਇਹ ਕਿਹਾ ਸੀਗਾ ਵੀ ਜਿਹੜਾ ਝਾੜੂ ਤੁਸੀਂ ਚੱਕ ਕੇ ਬਾਹਰ ਸੜਕਾਂ ਸਾਫ਼ ਕਰਦੇ ਆ ਨਾ, ਦਿਖਾਵੇ ਕਰਦੇ ਆ ਤੇ ਮੀਡੀਆ ਆ ਜਾਂਦਾ ਵੀ ਅਸੀਂ ਸਵੱਛ ਭਾਰਤ ਬਣਾਉਣਾ, ਗੁਰੂ ਨਾਨਕ ਪਾਤਸ਼ਾਹ ਨੇ ਕਿਹਾ ਬਾਹਰ ਦੀ ਸਫਾਈ ਰਹਿਣ ਦਿਓ, ਆਪਣੇ ਅੰਦਰਲੀ ਸਫਾਈ ਕਰ ਲਓ ਜੀ। ਬੀਬਾ ਗਰੋਵਰ ਜੀ ਸਮਝ ਗਏ ਨਾ, ਬੜਾ ਡੂੰਘਾ ਮਤਲਬ ਆ ਇਹਦਾ। ਤੁਸੀਂ ਬਾਹਰਲੀਆਂ ਸਫਾਈਆਂ ਆਪਣੇ ਆਪ ਹੋ ਜਾਣਗੀਆਂ, ਤੁਸੀਂ ਅੰਦਰਲੀ ਸਫਾਈ ਕਰ ਲਓ ਪਹਿਲਾਂ ਝਾੜੂ ਨਾਲ। ਪਰ ਸਰ ਉਹਦੇ ਤੇ ਝਾੜੂ ਦੀ ਵੀ ਲੋੜ ਨਹੀਂ ਹੁੰਦੀ। ਉਹਨਾਂ ਚੱਕਰ ਬਾਹਰਲੀਆਂ ਸਫਾਈਆਂ ਨੇ ਕੁਝ ਨਹੀਂ ਤੁਹਾਨੂੰ ਦੇਣਾ ਹੈਗਾ, ਨਾ ਦੇ ਸਕਦੀਆਂ ਬਾਹਰਲੀਆਂ ਸਫਾਈਆਂ ਜੀ, ਹੈਗਾ ਨਾ ਜੀ। ਇਸ ਕਰਕੇ ਇਹਨਾਂ ਲੋਕਾਂ ਨੂੰ ਇਹ ਜਿਹੜੇ, ਪਰ ਜਿਵੇਂ ਡਾਕਟਰ ਸਾਹਿਬ ਨੇ ਕਿਹਾ ਬਿਲਕੁਲ ਸਹੀ ਗੱਲ ਇਹਨਾਂ ਨੇ ਕਹੀ ਆ ਵੀ ਇਹਨਾਂ ਲੋਕਾਂ ਨੂੰ ਮਾਇਆ ਤੋਂ ਬਗੈਰ, ਪੈਸੇ ਤੋਂ ਬਗੈਰ ਹੋਰ ਕੁਝ ਸੁਝਦਾ ਹੀ ਨਹੀਂ ਹੈ। ਤੇ ਮੈਂ ਕਹਿੰਦਾ ਹੁੰਦਾ ਵੀ ਜਿੰਨੀਆਂ ਬਿਮਾਰੀਆਂ ਆ ਰਹੀਆਂ, ਸਾਰਿਆਂ ਨਾਲੋਂ ਵੱਡੀ ਬਿਮਾਰੀ ਤੇ ਬੇਈਮਾਨੀ ਆ। ਇਸ ਤੋਂ ਵੱਡੀ ਬਿਮਾਰੀ ਹੋਰ ਦੱਸੋ ਕਿਹੜੀ ਆ? ਬੇਈਮਾਨੀ ਤੋਂ ਵੱਡੀ ਬਿਮਾਰੀ ਜੀ, ਹੈ ਨਾ। ਇਹਨਾਂ ਨੇ ਜਿਹੜਾ ਨਿਚੋੜ ਸਾਰਾਂਸ਼ ਕੱਢਿਆ ਉਹ ਬਿਲਕੁਲ ਠੀਕ ਸੀਗਾ ਵੀ ਉੱਥੇ ਰੱਬ ਰੱਖਾ ਆ। ਹੁਣ ਕਿਹਨੂੰ ਕੋਈ ਸਹੀ, ਜਿਹੜੇ ਕਹਿੰਦੇ ਮੁੜ ਕੇ ਨਹੀਂ ਜਾਵਾਂਗੇ, ਕਿਉਂ ਸਾਰਾ ਪ੍ਰੋਗਰਾਮ ਮੈਂ ਸੁਣਿਆ, ਡਾਕਟਰ ਸਾਹਿਬ ਉਹਨਾਂ ਦੀ ਗੱਲਾਂ ਸੁਣੀਆਂ, ਇੱਕ ਸ਼ਬਦ ਸੁਣਿਆ ਇਹਨਾਂ ਦਾ ਵੀ ਨਹੀਂ ਜਾਣਾ ਮੁੜ ਕੇ, ਜੇ ਵਾਪਸ ਚਲੇ ਗਿਆ, ਜੱਫੀਆਂ ਵੀ ਪੈਣੀਆਂ, ਗੋਡੀ ਹੱਥ ਵੀ ਲੱਗਦੇ ਆ। ਮੈਂ ਸਰੋਪਾ ਤਾਂ ਨਹੀਂ ਕਹਿੰਦਾ, ਪਰ ਨੇ ਕਹਿਣਾ ਹੁੰਦਾ ਸਰੋਪਾ ਦਾ ਬਹੁਤ ਪਵਿੱਤਰ ਸ਼ਬਦ ਆ। ਇਹਨਾਂ ਨੂੰ ਤਾਂ ਪਤਾ ਹੀ ਨਹੀਂ ਸਰੋਪੇ ਦੀ ਕੀਮਤ ਕੀ ਆ, ਹੈਗਾ ਨਾ ਜੀ।
ਤੇ ਮੈਂ ਤੇ ਇਹਨੂੰ ਬਸ ਇਹੋ ਕਹਿਣਾ ਚਾਹੁੰਦਾ ਆਪਣੇ ਡਾਕਟਰ ਸਾਹਿਬ ਵੀ ਜਿਹੜੇ ਸਾਡੇ ਵੀਰ ਆਉਂਦੇ ਨੇ ਜਾਂ ਘਰ ਬੈਠੇ ਇਹ ਕਹਿੰਦੇ ਨੇ ਵੀ ਯਾਰ ਮੁੱਦੇ ਤਾਂ ਹੈਗੇ ਨੇ ਵੀ ਇਹਦਾ ਹੱਲ ਕੀ ਆ। ਇਹਦਾ ਹੱਲ ਬੀਬਾ ਗਰੋਵਰ ਜੀ ਮੈਂ ਤੁਹਾਡੇ ਰੈਗੂਲਰ ਪ੍ਰੋਗਰਾਮ ਚ ਆਉਂਦਾ, ਹੱਲ ਇੱਕੋ ਇੱਕ ਆ, ਦੁਨੀਆ ਚੋਂ ਹੋਰ ਤੁਹਾਨੂੰ ਹੱਲ ਨਹੀਂ ਲੱਭਣਾ। ਉਹ ਹੱਲ ਹੈਗਾ ਜੋ ਗੁਰੂ ਨਾਨਕ ਪਾਤਸ਼ਾਹ ਨੇ ਦਿੱਤਾ ਸਾਰਿਆਂ ਨੂੰ, ਕਿਉਂਕਿ ਬਿਮਾਰੀਆਂ ਬਹੁਤ ਨੇ, ਮਸਲੇ ਬਹੁਤ ਨੇ, ਤੇ ਉਹਦਾ ਨਾਂ ਕੀ ਹੈ ਗਿਆ, ਬਿਮਾਰੀਆਂ ਅਲਾਮਤਾਂ ਬਹੁਤ ਨੇ। ਉਹਦਾ ਹੱਲ ਇੱਕੋ ਇੱਕ ਵਾ ਵੀ ਤੁਸੀਂ ਸੱਚ ਬੋਲਣਾ ਸ਼ੁਰੂ ਕਰ ਦਿਓ। ਸੱਚ ਸਭ ਨਾ ਹੋਏ ਦਾਰੂ ਪਾਪ ਕੱਢੇ ਧੋਏ, ਨਾਨਕ ਬਖਾਣੇ ਬੇਨਤੀ ਜਿਨ ਸੱਚ ਪੱਲੇ ਹੋਏ। ਏਦੂ ਵੱਡਾ ਦਾਰੂ ਕੋਈ ਨਹੀਂ, ਦਵਾਈ ਤੁਹਾਨੂੰ ਕੋਈ ਨਹੀਂ ਲੱਭਣੀ। ਜਿੰਨੇ ਮਰਜੀ ਤੁਸੀਂ ਡਾਕਟਰ ਸਾਹਿਬ, ਜਿੰਨੇ ਮਰਜੀ ਸਿਆਸੀ ਬੰਦੇ ਨਿਕਲ ਜਾਣ, ਨਵੇਂ ਆ ਜਾਣ, ਇੱਧਰਲੇ ਉੱਧਰ ਹੋ ਜਾਣ, ਉੱਧਰਲੇ ਇੱਧਰ ਹੋ ਜਾਣ, ਉਹਨਾਂ ਚਿਰ ਕੁਝ ਨਹੀਂ ਹੋਣਾ। ਡਾਕਟਰ ਸਾਹਿਬ ਤੁਸੀਂ ਸਿਆਣੇ ਸੂਝਵਾਨ ਸਮਝੋ, ਉਹਦੇ ਵਾਕਿਆ ਕੁਝ ਨਹੀਂ ਹੋਣਾ। ਤੁਸੀਂ ਤਾਈਓ ਕਹਿ ਦਿੱਤਾ ਨਾ ਉੱਥੇ ਰੱਬ ਰੱਖਾ ਆ, ਉੱਥੇ ਇੱਕੋ ਇੱਕ ਦਾਰੂ ਚੱਲਣਾ। ਹੁਣ ਇੱਕੋ ਇੱਕ ਹੱਲ ਵਾ, ਸਾਰੇ ਇਕੱਲੇ ਪੰਜਾਬ ਦਾ ਨਹੀਂ ਕਹਿੰਦਾ, ਬਾਕੀ ਸਾਰੇ ਸੂਬਿਆਂ ਦਾ, ਜਾਂ ਮੈਂ ਕਹਿੰਦਾ ਸਾਰੇ ਭਾਰਤ ਦਾ। ਚਲੋ ਮੈਂ ਤਾਂ ਇਹ ਵੀ ਕਹਦਾ ਨਾ ਸਾਰੀ ਦੁਨੀਆ ਦਾ ਇੱਕੋ ਇੱਕ ਹੱਲ ਵਾ। ਉਹ ਗੁਰੂ ਨਾਨਕ ਪਾਤਸ਼ਾਹ ਨੇ ਜਿਹੜਾ ਹੱਲ ਦਿੱਤਾ, ਉਹ ਵੀ ਸੱਚ ਬੋਲਣਾ ਸ਼ੁਰੂ ਕਰ ਦਿਓ। ਤੇ ਉਹਦੇ ਵਿੱਚ ਦੇਖੋ ਤੁਹਾਨੂੰ ਸਵਰਗ ਪੈਰਾਡਾਈਸ ਜਿਹਨੂੰ ਗੋਰੇ ਕਹਿੰਦੇ ਹੁੰਦੇ ਨਾ, ਤੁਹਾਨੂੰ ਪੈਰਾਡਾਈਸ ਵਰਗਾ ਜੀਵਨ ਮਿਲ ਸਕਦਾ ਆ। ਅਬਲਾ ਹੋਰ ਹੱਲ ਡਾਕਟਰ ਸਾਹਿਬ, ਹੋਰ ਹੱਲ ਕੋਈ ਨਹੀਂ ਹੈ। ਬਿਲਕੁਲ ਸਹੀ ਹੈ ਜੀ, ਕੋਈ ਹੱਲ ਨਹੀਂ ਹੈ। ਗੁਰੂ ਨਾਨਕ ਡਾਕਟਰ ਸਾਹਿਬ ਮੈਨੂੰ ਮਾਫ ਕਰਨਾ, ਏਦਾਂ ਨਾ ਕਿ ਮੈਂ ਆਪਣੀ ਕੋਈ ਗੱਲ ਦੱਸਣ ਵਾਸਤੇ ਆਉਣਾ ਨਹੀਂ, ਪਰ ਮੇਰਾ ਕਿਉਂਕਿ ਜ਼ਿੰਦਗੀ ਦਾ ਤਜਰਬਾ, ਮੈਂ ਇੰਟਰਫੇਸ ਸੁਸਾਇਟੀ ਦਾ ਯੂਕੇ ਦੇ ਵਿੱਚ ਇੰਟਰਫੇਸ ਸੁਸਾਇਟੀ ਦਾ ਮੈਂਬਰ ਹੁੰਦਾ ਸੀਗਾ। ਤੇ ਜਦੋਂ ਸਾਨੂੰ ਡਾਕਟਰ ਸਾਹਿਬ ਸਾਨੂੰ ਇਨਵਾਈਟ ਕਰਦੇ ਸੀ, ਸਾਨੂੰ ਚਾਹੇ ਮੌਸਕ ਹੋਵੇ, ਚਾਹੇ ਗੁਰਦੁਆਰਾ ਹੋਵੇ, ਚਾਹੇ ਮੰਦਿਰ ਹੋਵੇ, ਚਾਹੇ ਸਕੂਲ ਹੋਵੇ, ਚਾਹੇ ਹਾਲ ਹੋਵੇ, ਚਾਹੇ ਕੋਈ ਜਗ੍ਹਾ ਹੋਵੇ, ਤੇ ਉੱਥੇ ਸਾਨੂੰ ਲੈਕਚਰ ਦੇਣਾ ਪੈਂਦਾ ਸੀਗਾ। ਠੀਕ ਹੈ। ਤੇ ਉੱਥੋਂ ਜਦੋਂ ਗੁਰੂ ਨਾਨਕ ਪਾਤਸ਼ਾਹ ਦਾ ਮੈਸੇਜ ਜਦੋਂ ਡਾਕਟਰ ਸਾਹਿਬ ਮੈਂ ਉਹਨਾਂ ਨੂੰ ਟਰਾਂਸਲੇਟ ਕਰਕੇ ਇੰਗਲਿਸ਼ ਵਿੱਚ ਦੱਸਦਾ ਸੀਗਾ ਨਾ, ਡਾਕਟਰ ਸਾਹਿਬ ਤੁਸੀਂ ਯਕੀਨ ਕਰਿਓ ਵੀ ਸਾਰੇ ਹਾਲ ਦੇ ਵਿੱਚ ਜਿੰਨੀ ਆਡੀਅנס ਹੁੰਦੀ ਸੀ, ਜਿੰਨੇ ਸਰੋਤੇ ਹੁੰਦੇ ਖੜੇ ਹੋ ਕੇ ਤੌੜੀਆਂ ਮਾਰਦੇ ਸੀਗੇ। ਤੇ ਮੈਂ ਉਹਨਾਂ ਨੂੰ ਕਹਿੰਦਾ ਹੁੰਦਾ ਸੀ, ਇਹ ਮੈਂ ਕੁਝ ਨਹੀਂ ਕਿਹਾ, ਇਹ ਗੁਰੂ ਨਾਨਕ ਪਾਤਸ਼ਾਹ ਦਾ ਮੈਂ ਕਿਹਾ ਮੈਸੇਜ ਹੈ, ਇਹ ਗੁਰੂ ਨਾਨਕ ਪਾਤਸ਼ਾਹ ਦੀ ਟੀਚਿੰਗ ਹੈ, ਮੇਰੀ ਨਹੀਂ ਹੈ। ਮੈਂ ਹਮੇਸ਼ਾ ਮੈਂ ਆਪਣਾ ਜਿਹੜਾ ਲੈਕਚਰ ਸੀ ਐਂਡ ਇਸ ਤਰ੍ਹਾਂ ਕਰਦਾ ਸੀ ਵੀ ਇਹ ਮੇਰਾ ਨਹੀਂ, ਇਹ ਗੁਰੂ ਨਾਨਕ ਪਾਤਸ਼ਾਹ ਦੀ ਟੀਚਿੰਗ ਹੈ। ਠੀਕ ਹੈ ਜੀ। ਤੇ ਡਾਕਟਰ ਸਾਹਿਬ ਜਦੋਂ ਉਹਨਾਂ ਦੀ ਗੱਲ ਚੇਤੇ ਆਉਂਦੀ ਤਾਂ ਫਿਰ ਸਾਡੇ ਕੋਲ ਫਿਰ ਗੁਰੂ ਨਾਨਕ ਪਾਤਸ਼ਾਹ ਇੱਕ ਦੋ ਲਾਈਨਾਂ ਲਿਖਾ ਲੈਂਦੇ ਨੇ, ਇੱਕ ਸ਼ੇਅਰ ਬੋਲ ਕੇ ਤੁਹਾਤੋਂ ਖਿਮਾ ਲੈ ਲੈਣੀ ਆ। ਜੀ ਜ਼ਰੂਰ ਜੀ। ਉਹਦੇ ਵਿੱਚ ਵੀ ਬੀਬਾ ਗਰੋਵਰ ਜੀ ਤੁਹਾਨੂੰ ਪਤਾ ਮੈਂ ਸੁਨੇਹਾ ਦੇਣਾ ਹੁੰਦਾ, ਤੇ ਟੀਚਿੰਗ ਗੁਰੂ ਨਾਨਕ ਪਾਤਸ਼ਾਹ ਦੀ ਉਹਦੇ ਵਿੱਚ ਵੀ ਹਾਂਜੀ ਲਿਖਿਆ ਵੀ ਦੁਨੀਆ ਵਾਲਿਓ ਤੁਸ਼ ਦਾਤਾਂ ਨੂੰ ਪਾਉਣ ਖਾਤਰ, ਅੱਜ ਉਹ ਕਰ ਰਹੇ ਨੇ ਹੁਣ ਵੀ ਬੈਠੇ, ਦੁਨੀਆ ਵਾਲਿਓ ਤੁਛ ਦਾਤਾਂ ਨੂੰ ਪਾਉਣ ਖਾਤਰ ਦੁੱਤੀ ਦਾਤੇ ਨੂੰ ਕਿਉਂ ਭੁਲਾ ਬੈਠੇ। ਓਏ ਭਰੇ ਖਜ਼ਾਨੇ ਛੱਡ ਉਹਦੀਆਂ ਰਹਿਮਤਾਂ ਦੇ, ਕਿਉਂ ਰੋਗਾਂ ਨਾਲ ਸਾਂਝ ਬਣਾ ਬੈਠੇ। ਡਾਕਟਰ ਸਾਹਿਬ ਰੋਗ ਤੋਂ ਭਾਵ ਇੱਥੇ ਝੂਠ ਬੇਈਮਾਨੀ ਆ ਨਾ। ਹਾਂਜੀ। ਦੁਨੀਆ ਵਾਲਿਓ ਤੁਛ ਦਾਤਾਂ ਨੂੰ ਪਾਉਣ ਖਾਤਰ ਦੁੱਤੀ ਦਾਤੇ ਨੂੰ ਕਿਉਂ ਭੁਲਾ ਬੈਠੇ। ਓਏ ਭਰੇ ਖਜ਼ਾਨੇ ਛੱਡ ਉਹਦੀਆਂ ਰਹਿਮਤਾਂ ਦੇ, ਕਿਉਂ ਰੋਗਾਂ ਨਾਲ ਸਾਂਝ ਬਣਾ ਬੈਠੇ। ਬਈ ਕੂੜੇ ਧਨ ਨੂੰ ਆਮਦਨ ਪੈਣ ਡਾਕੇ, ਲੁਕੋ ਕੇ ਰੱਖਦੇ ਨੇ, ਬਾਹਰਲੇ ਮੁਲਕਾਂ ਨੂੰ ਲੈ ਕੇ ਜਾਂਦੇ ਨੇ, ਬੈਂਕਾਂ ਭਰ ਦਿੱਤੀਆਂ। ਕੂੜੇ ਧਨ ਨੂੰ ਆਮਦਨ ਪੈਣ ਡਾਕੇ, ਸੱਚੇ ਧਨ ਨੂੰ ਕੋਈ ਨਾ ਛੋਹ ਸਕਦਾ। ਓਏ ਇੱਕ ਨਾਲ ਭੋਗਲ ਇੱਕ ਸੁਰ ਹੋਇਆ, ਦੂਈ ਦਵੈਸ਼ ਦਾ ਸੇਕ ਨਾ ਪੋ ਸਕਦਾ। ਓਏ ਇੱਕ ਨਾਲ ਭੋਗਲ ਇੱਕ ਸੁਰ ਹੋਇਆ, ਦੂਈ ਦਵੈਸ਼ ਦਾ ਸੇਕ ਨਾ ਪੋ ਸਕਦਾ। ਗੁਰੂ ਪਿਆਰਿਓ ਦੂਈ ਦਵੈਸ਼ ਦਾ ਸੇਕ ਨਾ ਪੋ ਸਕਦਾ। ਕਿਉਂ ਡਰੀ ਜਾਂਦੇ ਆ? ਇਹ ਜਿਹੜਾ ਧਨ ਵਾ, ਇਹ ਧਨ ਅਸਲੀ ਧਨ ਨਹੀਂ ਹੈ। ਅਸਲੀ ਧਨ ਹੈ ਜਿਹੜਾ ਗੁਰੂ ਨਾਨਕ ਨੇ ਦਿੱਤਾ ਸੀ, ਵੰਡਿਆ ਸੀ, ਉਹ ਸੀ ਨਾਮ ਧਨ। ਡਾਕਟਰ ਸਾਹਿਬ ਭੁੱਲਾਂ ਚੁੱਕਾਂ ਦੀ ਖਿਮਾ, ਬੀਬਾ ਗਰੋਵਰ ਜੀ ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਖੁਸ਼ਹਾਲ ਸਿੰਘ ਜੀ। ਹਾਂਜੀ ਅਸੀਂ ਅੱਗੇ ਹੁਣ ਗੱਲ ਕਰੀਏ ਇਸ ਤੇ। ਹਾਂਜੀ ਅਗਲਾ ਮੁੱਦਾ ਇਹ ਹੈ ਕਿ ਮੈਂ ਤੁਹਾਨੂੰ ਇੱਕ ਸਵਾਲ ਪੁੱਛਣਾ ਚਾਹੁੰਦੀ ਸੀ ਕਿ ਪੰਜਾਬ ਵਿੱਚ ਜੋ ਲੁਧਿਆਣਾ ਵਿੱਚ ਜੋ ਬੰਬ ਬਲਾਸਟ ਹੋਇਆ, ਉਹਦੀ ਅੱਗੇ ਹੁਣ ਕੀ ਪ੍ਰੋਸੀਡਿੰਗਸ ਚੱਲ ਰਹੀਆਂ ਨੇ? ਲੁਧਿਆਣਾ ਬੰਬ ਧਮਾਕੇ ਦਾ ਜਿੱਥੋਂ ਤੱਕ ਹੈ ਜੀ, ਉਹਦਾ ਪਿਛੋਕੜ ਹੈ ਜਿਹੜਾ ਅਪਰਾਧੀ ਉੱਥੋਂ ਫੜਿਆ ਗਿਆ ਹੈ ਜਾਂ ਉਹਦੇ ਵਿੱਚ ਹੋਇਆ ਹੈ, ਉਹਨਾਂ ਦੋਨਾਂ ਦਾ ਇਹ ਸੰਬੰਧ ਹੈ ਜਿਹੜਾ ਉਹ ਪੰਜਾਬ ਪੁਲਿਸ ਦੇ ਸਾਬਕਾ ਅਧਿਕਾਰੀ ਆ, ਅਧਿਕਾਰੀ ਸੀ, ਉਹ ਇਨਵੋਲਵ ਸੀਗੇ ਗਲਤ ਸਰਗਰਮੀਆਂ ਦੇ ਵਿੱਚ। ਤਾਂ ਉਧਰ ਦੀ ਬਜਾਏ ਜਿਹੜੇ ਪੰਜਾਬ ਦੇ ਡੀਜੀਪੀ ਹੈ, ਉਹਦੇ ਦੋ ਜਿਹੜੀ ਤਾਰ ਹੈ, ਕਦੀ ਵਿਦੇਸ਼ਾਂ ਨਾਲ ਜੋੜਦੇ ਆ, ਕਦੀ ਇੱਧਰ ਜੋੜਦੇ ਆ। ਤੇ ਰੂਹੀ ਜੀ ਇਹਨਾਂ ਜਿਹੜੇ ਪੁਲਿਸ ਦੀ ਦਾਅਵੇ ਹੈ,
ਇਹਨਾਂ ਦੇ ਵਿੱਚ ਕਦੀ ਸੱਚ ਨਹੀਂ ਹੋਇਆ, ਕਿਉਂਕਿ ਅਸੀਂ ਦੇਖਦੇ ਹਾਂ ਜੇ ਟ੍ਰਾਇਲ ਦੇ ਵਿੱਚ ਕਿਸੇ ਪਾਸੇ ਸੱਚ ਸਾਬਤ ਕਰ ਪਾਉਂਦੇ ਆ, ਨਾ ਇਹਨਾਂ ਕੋਲ ਸਬੂਤ ਹੁੰਦਾ ਹੈ। ਇਹ ਲੋਕਾਂ ਦੇ ਵਿੱਚ ਪੋਲੀਟੀਕਲ ਲੀਡਰਾਂ ਵਾਂਗੂ ਬਿਆਨ ਦੇ ਕੇ ਜਿਹੜੇ ਆ ਉਹ ਵਾਹ ਮੀਡੀਆ ਦੀ ਖੱਟਣਾ ਚਾਹੁੰਦੇ ਆ। ਇਹਨਾਂ ਕੋਲ ਇਹ ਕੱਚੀਆਂ ਗੱਲਾਂ ਕਰਦੇ ਆ, ਇਹਨਾਂ ਕੋਲ ਕੋਈ ਆਧਾਰ ਨਹੀਂ ਹੈਗਾ ਕਿ ਉਹਦਾ ਵੇਖੋ ਉੱਥੇ ਘਟਨਾ ਹੋਈ ਮਾੜੀ ਹੋਈ ਹੈ, ਇਹਦੇ ਨਾਲ ਕੋਈ ਦੋਸ਼, ਇਹਦਾ ਸੰਬੰਧ ਸਿੱਧਾ ਜਿਹੜਾ ਉਹਦੇ ਨਾਲ ਹੈਗਾ ਆ ਸਮਗਲਰਾਂ ਨਾਲ ਹੈਗਾ ਆ। ਤਾਂ ਤੁਸੀਂ ਇਸ ਨੂੰ ਇੱਕ ਮੂਵਮੈਂਟ ਨਾਲ ਜੋੜ ਕੇ ਜੀ ਇਹ ਖਾਲਿਸਤਾਨ ਮੂਵਮੈਂਟ ਹੈ ਜੀ, ਫਲਾਣਾ ਜੋ ਇਹਦਾ ਪੰਨੂ ਨਾਲ ਹੈ, ਫਲਾਣੇ ਨਾਲ ਧਮਕਾਣੇ ਨਾਲ ਗਲਤ ਖਬਰਾਂ ਵੀ ਦੇ ਦਿੰਦੇ ਹੋ, ਬਾਅਦ ਚ ਉਹਨਾਂ ਤੋਂ ਤੁਹਾਨੂੰ ਪੁਸ਼ਟੀ ਨਹੀਂ ਹੁੰਦੀ, ਇਹ ਸਾਰਾ ਕੁਝ ਹਸੋਹੀਣੀ ਸਥਿਤੀ ਬਣ ਜਾਂਦੀ ਹੈ। ਸੋ ਜਿਹੜੇ ਪੁਲਿਸ ਦੇ ਅਧਿਕਾਰੀ ਹੈ ਉਹਨਾਂ ਨੂੰ ਆਪਣੇ ਜਿਹੜਾ ਬੜੀ ਜ਼ਿੰਮੇਵਾਰੀ ਨਾਲ ਕੋਈ ਬਿਆਨ ਦੇਣੇ ਚਾਹੀਦੇ ਆ ਤੇ ਇਹਨਾਂ ਦੀ ਸੱਚ ਜਿਹੜਾ ਲੋਕਾਂ ਦੇ ਸਾਹਮਣੇ ਲੈ ਕੇ ਆਉਣਾ ਚਾਹੀਦਾ। ਉਹ ਸੱਚ ਜਿਹੜੇ ਪਿਛਲੇ ਵੀ ਕੇਸ ਹੋਏ ਆ ਉਹਨਾਂ ਦੇ ਵਿੱਚ ਕੋਈ ਸੱਚ ਤੱਕ ਨਹੀਂ ਲੋਕਾਂ ਦੇ ਲਿਆਉਣ ਵਿੱਚ ਕਾਮਯਾਬ ਹੋਏ। ਸੋ ਇਸ ਕਰਕੇ ਇਹਨਾਂ ਦੀ ਕੋਈ ਕਹਿਣੀ ਔਰ ਕਥਨੀ ਦੇ ਵਿੱਚ ਬਾਤਾ ਨਹੀਂ ਅੰਤਰ। ਗ੍ਰਿਫਤਾਰੀਆਂ ਪੰਜਾਬ 'ਚ ਹੋਰ ਹੋ ਰਹੀਆਂ ਨੇ ਤੇ ਉਹਨਾਂ ਦਾ ਕਿੰਨਾ ਕੁ ਸੱਚ ਹੈ ਉਹ ਕੀ ਉਹਦੇ ਨਾਲ ਸੰਬੰਧਿਤ ਹੈਗੀਆਂ ਕਿ ਨਹੀਂ ਹੈਗੀਆਂ, ਇਹਨਾਂ ਦੀਆਂ ਤਾਰਾਂ ਜੋੜਨ ਦੇ ਯਤਨ ਕੀਤੇ ਜਾ ਰਹੇ ਆ। ਹੁਣ ਤਾਰਾਂ ਕਿੰਨੀਆਂ ਕੁ ਜੋੜਦੀਆਂ, ਕਿਉਂਕਿ ਅੱਜ ਕੱਲ੍ਹ ਹਰੇਕ ਜਦੋਂ ਗ੍ਰਿਫਤਾਰੀ ਹੁੰਦੀ ਹਰੇਕ ਐਕਟੀਵਿਟੀ ਨੂੰ ਇਲੈਕਸ਼ਨਾਂ ਨਾਲ ਵੀ ਜੋੜ ਕੇ ਦੇਖਣਾ ਪੈਂਦਾ ਆ। ਸੋ ਉਸ ਦੇ ਵਿੱਚ ਕਿਸ ਤਰ੍ਹਾਂ ਦਾ ਅਸਰ ਪਾਉਂਦੀ ਹੈ ਇਹ ਤਾਂ ਹੁਣ ਸਮਾਂ ਦੱਸੇਗਾ, ਪਰ ਜਾਂਚ ਹਾਲੇ ਜਿਸ ਤਰ੍ਹਾਂ ਪੁਲਿਸ ਕਰ ਰਹੀ ਹੈਗੀ ਇਹਦੀ ਜਾਂਚ, ਉਹ ਲੱਗਦਾ ਨਹੀਂ ਕਿ ਕੋਈ ਸੱਚ ਲੋਕਾਂ ਦੇ ਸਾਹਮਣੇ ਆ ਪਾਏਗਾ। ਜੀ, ਤੇ ਕੱਲ ਜੋ ਸਾਡੇ ਸੀਐਮ ਨੇ ਚੰਨੀ ਉਹਨਾਂ ਦੀ ਵੀ ਕਿਸਾਨ ਸੰਘਰਸ਼ ਕਮੇਟੀ ਦੇ ਨਾਲ ਮੀਟਿੰਗ ਹੋਈ ਸੀ, ਉੱਥੇ ਕੀ ਫੈਸਲਾ ਲਿਆ ਗਿਆ, ਕੀ ਹੋ ਰਿਹਾ ਉੱਥੇ? ਦੇਖੋ ਜੀ, ਮਜ਼ਦੂਰ ਕਿਸਾਨ ਸੰਘਰਸ਼ ਕਮੇਟੀ ਦੇ ਨਾਲ ਜਿਹੜੀ ਮੀਟਿੰਗ ਹੋਈ ਆ ਉਹਦੇ ਵਿੱਚ ਉਹਨਾਂ ਨੇ ਕਿਸਾਨਾਂ ਦੇ ਜਿਹੜੇ, ਕਿਉਂਕਿ ਅਸੀਂ ਜਾਣਦੇ ਹਾਂ ਕਿ ਜਿਹੜੇ ਅੰਮ੍ਰਿਤਸਰ ਵੱਲ ਟਰੈਕ ਸੀਗੇ ਤਰਨਤਾਰਨ ਦੇ ਵਿੱਚ, ਉਹਨਾਂ ਤੇ ਇਹ ਸੰਘਰਸ਼ ਕਮੇਟੀ ਬੈਠੀ ਸੀ। ਇਹ ਅਗਰਾਹਾਂ ਗਰੁੱਪ ਤੋਂ ਬਾਅਦ ਵੱਡਾ ਗਰੁੱਪ ਹੈ ਪੰਜਾਬ ਦੇ ਵਿੱਚ ਕਿਸਾਨਾਂ ਦਾ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਇਹਨਾਂ ਦਾ ਨਾਂ ਆ। ਤਾਂ ਇਹ ਪਹਿਲਾਂ ਵੀ ਜਦੋਂ ਦਿੱਲੀ ਜਾਣਾ ਉਸ ਤੋਂ ਪਹਿਲਾਂ ਵੀ ਟਰੈਕਾਂ ਤੇ ਬੈਠੇ ਸੀ। ਇਹ ਲੰਮਾ ਸਮਾਂ ਜਿਹੜੇ ਸੰਘਰਸ਼ ਕਰਦੇ ਆ। ਤੋ ਇਹਨਾਂ ਨੇ ਇੱਕ ਵਾਰੀ ਜਿਹੜੀ ਸਰਕਾਰ ਦੀ ਬੇਨਤੀ ਮੰਨ ਲਈ ਆ, ਉਹਨਾਂ ਦਾ ਕੁਝ ਉਹਨਾਂ ਨੇ ਫੈਸਲਾ ਕੀਤਾ ਹੈਗਾ ਕਿ ਕੁਝ ਰਾਹਤ ਕੁਝ ਮੰਗਾਂ ਤੇ ਸਹਿਮਤੀ ਬਣੀ ਹੈ ਸਰਕਾਰ ਦੀ। ਤੋ ਇਸ ਕਰਕੇ ਫਿਲਹਾਲ ਜਿਹੜਾ ਉਹ ਟਾਲ ਦਿੱਤਾ ਗਿਆ ਤੇ ਟਰੈਕ ਤੇ ਜਿਹੜਾ ਧਰਨਾ ਦੇਣਾ ਸੀਗਾ ਉਹ ਪ੍ਰੋਗਰਾਮ ਨੂੰ ਅੱਗੇ ਪਾ ਦਿੱਤਾ ਗਿਆ ਹੈ। ਤੇ ਹੁਣ ਸਰਕਾਰ ਕਿੰਨਾ ਕੁ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਉਹਨਾਂ ਨੂੰ ਪ੍ਰਵਾਨ ਕਰ ਸਕਦੀ ਹੈ, ਕਿੰਨੀ ਕੁ ਉਹਦੀ ਹਸੀਅਤ ਬਚੀ ਹੈ ਸਰਕਾਰ ਦੀ, ਕਿਉਂਕਿ ਜਿਸ ਤਰੀਕੇ ਨਾਲ ਐਲਾਨ ਹੋ ਰਹੇ ਨੇ ਉਹ ਅਸਲੀਅਤ ਵਿੱਚ ਲਾਗੂ ਹੋਣੇ ਆ ਨਹੀਂ ਹੋਣੇ, ਇਹ ਤਾਂ ਹਲੇ ਜਿਹੜਾ ਭਵਿੱਖ ਤੈਅ ਕਰੇਗਾ। ਜੀ, ਤੇ ਇੱਕ ਹੋਰ ਮੁੱਦਾ, ਨੈਸ਼ਨਲ ਮੁੱਦਾ ਹੈ ਕਿ ਝਾਰਖੰਡ ਦੀ ਜੋ ਸਰਕਾਰ ਹੈ ਉਸਨੇ ਨੋਬਲ ਸਕੀਮ ਕੱਢੀ ਆਪਣੇ ਲੋਕਾਂ ਵਾਸਤੇ। ਜੀ, ਉਸ ਤੇ ਇਹ ਕਿਹਾ ਜਾ ਰਿਹਾ ਹੈ ਕਿ ਹਰ ਮਹੀਨੇ ਲੋਕਾਂ ਨੂੰ 250 ਰੁਪਏ ਦੀ ਜੋ ਤੇਲ ਦਾ ਇੱਕ ਕਾਰਡ ਮਿਲੇਗਾ ਜਿਸ ਵਿੱਚ ਉਹਨਾਂ ਨੂੰ ਰਾਹਤ ਦਿੱਤੀ ਜਾਏਗੀ। ਬਹੁਤ ਹੈ ਜੀ, ਸਾਡੇ ਜਿਹੜੇ ਇੱਥੋਂ ਦੇ ਲੋਕ ਨੇ, ਸਿਆਸੀ ਲੋਕ ਬੜੀਆਂ ਨਵੀਆਂ ਸਕੀਮਾਂ ਕੱਢਦੇ ਆ। ਸਰਕਾਰ ਨੇ ਇੱਕ ਹੋਰ ਵੀ ਸਕੀਮ ਕੱਢੀ ਹੈ ਕਿ ਜੇ ਸਾਡੀ ਸਰਕਾਰ ਆ ਗਈ, ਇੱਕ ਪੋਲੀਟੀਕਲ ਪਾਰਟੀ ਕਹਿੰਦੀ ਹੈ ਕਿ ਅਸੀਂ ਸ਼ਰਾਬ ਦੀ ਬੋਤਲ 50 ਰੁਪਏ ਦੀ ਕਰ ਦਿਆਂਗੇ, ਇਹ ਵੀ ਹੈਗਾ। ਹਾਂਜੀ, ਤੋ ਜਿਹੜੇ ਤੇਲ ਸਾਡੇ ਤੱਕ, ਕਿਉਂਕਿ ਇਸ ਤਰ੍ਹਾਂ ਦੇ ਹਾਲਾਤ ਨਹੀਂ ਹੈਗੇ, ਸਾਡੇ ਤੇਲ ਬਹੁਤ ਘੱਟ ਵਰਤੋਂ ਹੁੰਦੀ ਹੈ ਤੇ ਆਦੀਵਾਸੀ ਇਲਾਕਿਆਂ ਦੇ ਵਿੱਚ ਜਿੱਥੇ ਡਿਵੈਲਪਮੈਂਟ ਉਸ ਤਰ੍ਹਾਂ ਦੀ ਨਹੀਂ ਹੋਈ ਉੱਥੇ ਇਹਨਾਂ ਦੇ ਲੋਕਾਂ ਨੂੰ ਜ਼ਰੂਰ ਰਾਹਤ ਮਿਲੇਗੀ। ਅੱਗੇ ਪ੍ਰੋਗਰਾਮ ਕਿੰਨੇ ਕੁ ਲਾਗੂ ਹੁੰਦੇ ਆ ਲੋਕਾਂ ਦੇ ਵਿੱਚ, ਕਿਉਂਕਿ ਇਹ ਜਿਹੜੇ ਵੱਡੇ ਪ੍ਰੋਗਰਾਮ ਹੈ ਇਹ ਸੈਂਟਰ ਦੀ ਜਿਹੜੀ ਹੈ ਸਕੀਮ ਹੈ ਉਹ ਤੋਂ ਬਿਨਾਂ ਲਾਗੂ ਨਹੀਂ ਹੁੰਦੇ ਹੈਗੇ। ਤਾਂ ਸੈਂਟਰ ਉਹਦੇ 'ਚ ਕਿੰਨਾ ਕੁ ਯੋਗਦਾਨ ਪਾਉਂਦਾ ਆ ਕੀ ਇਹ ਸਮਾਂ ਦੱਸੇਗਾ। ਲੇਕਿਨ ਜੋ ਵੀ ਕੁਝ ਜਿਹੜਾ ਗਰੀਬ ਲੋਕਾਂ ਵਾਸਤੇ ਕੀਤਾ ਜਾ ਰਿਹਾ, ਆਮ ਲੋਕਾਂ ਵਾਸਤੇ ਕੋਈ ਵੀ ਯਤਨ ਕਰਦਾ ਆ, ਅਸੀਂ ਉਹਦਾ ਸਵਾਗਤ ਕਰਦੇ ਹਾਂ। ਘੱਟੋ ਘੱਟ ਉਹ ਲੋਕਾਂ ਦੇ ਏਜੰਡੇ ਤੇ ਤਾਂ ਲੈ ਕੇ ਆਉਂਦਾ, ਗਰੀਬ ਲੋਕਾਂ ਨੂੰ ਏਜੰਡੇ ਤੇ ਤਾਂ ਰੱਖਿਆ ਜਾਂਦਾ ਆ, ਨਹੀਂ ਤਾਂ ਇਹ ਅਨਪੀਪਲ ਬਣਾ ਦਿੱਤੇ ਗਏ ਆ। ਇਹਨਾਂ ਨੂੰ ਇੱਕ ਦਿਨ ਵੋਟ ਤੋਂ ਬਾਅਦ ਇਹਨਾਂ ਦੀ ਕੋਈ ਹਸੀਅਤ ਨਹੀਂ ਬਚੀ। ਆਮ ਲੋਕ ਜਿਹੜੇ ਆ, ਜਦੋਂ ਉਹਨਾਂ ਨੂੰ ਤੁਸੀਂ ਇਸ ਪ੍ਰੋਸੀਜਰ ਤੋਂ ਹੀ ਬਾਹਰ ਕਰਦੇ, ਪਿਛਲੇ ਕੁਝ ਸਮਿਆਂ ਦੇ ਵਿੱਚ ਇਸ ਤਰ੍ਹਾਂ ਚੱਲ ਰਿਹਾ ਆ, ਇਸ ਤਰ੍ਹਾਂ ਦੀ ਸਿਆਸਤ ਚੱਲ ਰਹੀ ਹੈ ਕਿ ਆਮ ਲੋਕ ਨੇ ਜਿਹੜੇ ਉਹ ਸਿਆਸਤ ਬਾਹਰ ਕਰੇ, ਉਹਨਾਂ ਦੀ ਵੋਟ ਪਾਉਣ ਦਾ ਹੀ ਲੋਕਾਂ ਦਾ ਜੇ ਯਕੀਨ ਤੋੜਦਾ, ਉਹ ਵੋਟਿੰਗ ਦੇ ਵਿੱਚ ਯਕੀਨ ਕਰਨਾ ਹੀ ਹਟ ਜਾਂਦੇ ਆ। ਸੋ ਇਸ ਤਰ੍ਹਾਂ ਦਾ ਰੁਝਾਨ ਹੈ ਜਿਹੜਾ, ਉਹਨੂੰ ਰੋਕਣ ਵਾਸਤੇ ਜਿਹੜੇ ਵੀ ਕੋਈ ਉਪਰਾਲੇ ਕਿਤੇ ਵੀ ਕਰ ਰਿਹਾ, ਅਸੀਂ ਉਹਨਾਂ ਦਾ ਬਹੁਤ ਬਹੁਤ ਸਵਾਗਤ ਕਰਦੇ। ਜੀ, ਖੁਸ਼ਹਾਲ ਸਿੰਘ ਜੀ, ਤੇ ਗੱਲ ਕਰੀਏ ਹੁਣ ਜੰਮੂ ਕਸ਼ਮੀਰ ਦੇ ਮਾਮਲੇ ਦੀ, ਤੇ 2 ਮੁਕਾਬਲਿਆਂ ਵਿੱਚ 6 ਅਤਵਾਦੀ ਇੱਥੇ ਢੇਰ ਕੀਤੇ ਗਏ ਨੇ ਤੇ 2 ਪਾਕਿਸਤਾਨ ਦੇ ਦੱਸੇ ਜਾ ਰਹੇ ਨੇ ਉਹਨਾਂ ਵਿੱਚੋਂ। ਰੋਹਿਤ ਜੀ, ਜੰਮੂ ਕਸ਼ਮੀਰ ਦਾ ਮਸਲਾ ਬੜਾ ਪੁਰਾਣਾ ਆ। ਇਹ ਮਸਲਾ ਸਿਆਸੀ ਹੈ ਜੀ, ਤੇ ਸਿਆਸੀ ਮਸਲੇ ਨੂੰ ਅਮਨ ਕਾਨੂੰਨ ਦੇ ਨਾਂ ਥੱਲੇ ਕਾਫੀ ਸਮੇਂ ਤੋਂ ਦੱਬਿਆ ਜਾ ਰਿਹਾ ਦੋਨਾਂ ਸਰਕਾਰਾਂ। ਖੁਸ਼ਹਾਲ ਸਿੰਘ ਜੀ, ਇਸ ਨਾਲ ਜਿਹੜਾ ਪ੍ਰੋਗਰਾਮ ਦਾ ਸਮਾਂ ਉਹ ਵੀ ਸਮਾਪਤ ਹੋ ਚੁੱਕਿਆ ਹੈ। ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਸਾਡੇ ਪ੍ਰੋਗਰਾਮ ਵਿੱਚ ਆਏ, ਆਪਣੇ ਵਿਚਾਰ ਸਾਂਝਾ ਕੀਤੇ, ਤੇ ਸਾਰੇ ਦਰਸ਼ਕਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ। ਸਤਿ ਸ਼੍ਰੀ ਅਕਾਲ।